ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਤਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਵਹੁ ਹਰ ਨਿਮ ਖਾਤੀ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਵਹੁ ਹਰ ਨਿਮ ਖਾਤੀ। ਹਰ ਬਿਨ ਰਹਿ ਨ ਸਕੋ ਇਕ ਰਾਤੀ, ਜਿਉ ਬਿਨ ਅਮਲੈ ਅਮਲੀ ਮਰ ਜਾਈ ਹੈ। ਤਿਉ ਹਰ ਬਿਨ ਹਮ ਮਰ ਜਾਤੀ। ਰਹਾਉ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨ ਸਕੈ ਅੰਤ ਮਾਤੀ। ਤੂ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨੋ ਆਪਨ ਗਾਤੀ। ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂ ਲੈ ਰਾਤੀ। ਹਰ ਹਰ ਭਗਤ ਬਨੀ ਅਤ ਸੋਭਾ, ਹਰ ਜਪਿਓ ਊਤਮ ਪਾਤੀ। ਆਪੇ ਠਾਕੁਰ ਆਪੇ ਸੇਵਕ, ਆਪ ਬਨਾਵੈ ਭਾਤੀ। ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਪਗਾਤੀ। ਆਪੇ ਠਾਕੁਰ ਆਪੇ ਸੇਵਕ, ਆਪ ਬਨਾਵੈ ਭਾਤੀ। ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਪਗਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਮਾਲਕ ਕੁਲ ਆਲਮ, ਮਿਹਰਮਤ ਦੇ ਸਾਈਂ, ਬਖਸ਼ਿਸ਼ਾਂ ਦੇ ਭੰਡਾਰ, ਗਰੀਬ ਨਵਾਜ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਅਗੋਸ਼ ਅੰਦਰ ਸੱਜ ਕੇ ਸਤਿਗੁਰੂ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਮੁਬਾਰਕ ਚਰਨਾਂ ਤੋਂ ਅਸੀਸਾਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ, ਨਾਮਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਪਿਆਰ ਵਾਲਿਓ, ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰਾਂ ਦਾ
ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਪਾਵਨ ਸ੍ਰੀ ਮੁਖ ਵਾਕ, ਇਸ ਦਾ ਮੂਲ ਪਾਠ ਭਾਈ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਆਪਾਂ ਨੇ ਸਰਵਣ ਕੀਤਾ ਹੈ। ਰੋਜ਼ਾਨਾ ਦੀ ਮਰਜ਼ਾਦਾ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਨਾਲ ਜੁੜ ਸਕੀਏ। ਸਾਹਿਬਾਂ ਦੇ ਚਰਨਾਂ 'ਚ ਬੇਨਤੀ ਕਰੀਏ, ਸਤਿਗੁਰੂ ਆਪ ਬਖਸ਼ਿਸ਼ ਕਰਕੇ, ਮਿਹਰਮਤ ਕਰਕੇ ਪਾਵਨ ਸ੍ਰੀ ਮੁਖ ਵਾਕ ਜੀ ਦੀ ਵਿਚਾਰ ਦੀ ਸੇਵਾ ਲੈਣ। ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਦੀ ਰੰਭਤਾ ਕਰੀਏ। ਭਾਵਨਾ, ਪਿਆਰ, ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ, ਅਸੀਸ ਬਖਸ਼ੋ, ਕਰੋ ਰਸਨਾ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ। ਪਾਵਨ ਸ੍ਰੀ ਮੁਖ ਵਾਕ ਧਨਾਸਰੀ ਰਾਗ ਅੰਦਰ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਰਾਗ ਦੀ ਜਾਣਕਾਰੀ ਲਈ, ਪਾਵਨ ਸ਼੍ਰੀ ਅੰਗਾਂ ਦੀ ਜਾਣਕਾਰੀ ਲਈ ਇਹ ਬੇਨਤੀ ਹੈ ਆਪ ਜੀ ਦੇ ਚਰਨਾਂ 'ਚ। ਪਾਵਨ ਮੌਜੂਦਾ ਸਰੂਪ, ਜਿਸ ਨੂੰ ਪੰਥ ਅੰਦਰ ਆਪਾਂ ਦਮਦਮੀ ਬੀੜ ਜਾਂ ਦਮਦਮੀ ਸਰੂਪ ਕਹਿ ਕੇ ਮੁਖਾਤਬ ਕਰਦੇ ਹਾਂ, 660 ਅੰਗ ਤੋਂ ਲੈ ਕੇ 695 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਾਵਨ ਰਾਗ, 10ਵਾਂ ਰਾਗ ਧਨਾਸਰੀ ਰਾਗ, ਇਹ ਦਰਜ ਹੈ। ਬੜੇ ਪਿਆਰ ਸਹਿਤ ਆਪਾਂ ਆਰੰਭ ਵਿੱਚ ਹੀ ਬੇਨਤੀ ਹੈ, ਪਾਵਨ ਸ਼ਬਦ ਵੀ ਇਸੇ ਸੰਦਰਭ ਵਿੱਚ ਅੱਗੇ ਦੋ ਸ਼ਬਦ ਆਪਾਂ ਵਰਤੀਏ, ਗੁਰੂ ਗ੍ਰੰਥ ਸਾਹਿਬ ਬਾਰੇ, ਗੁਰੂ ਬਾਰੇ ਅਤੇ ਪਰਮਾਤਮਾ ਬਾਰੇ। ਬੜੇ ਪਿਆਰ ਨਾਲ ਸੁਣਨਾ ਜੀ। ਕੋਈ ਸੰਪੂਰਨ ਨਹੀਂ ਕਹਿ ਸਕਦਾ। ਜਿਸ ਬਾਰੇ ਪੂਰਾ ਕਿਹਾ ਜਾਏ ਉਹਨੂੰ ਆਪਾਂ ਪਾਰ ਬ੍ਰਹਮ, ਅਪਰੰਪਰ, ਬੇਅੰਤ ਕਿਵੇਂ ਕਹਾਂਗੇ? ਜਿਹਨੂੰ ਆਪਾਂ ਪੂਰਾ ਕੱਥ ਹੀ ਲਿਆ ਉਹਨੂੰ ਅਕੱਥ ਕਿਵੇਂ ਕਹਾਂਗੇ? ਇਸ ਲਈ ਗੁਰੂ ਦੇ ਸੰਦਰਭ ਵਿੱਚ ਬੋਲਣ ਲਈ, ਸਤਿਗੁਰੂ ਬਾਰੇ ਬੋਲਣ ਲਈ, ਪਰਮਾਤਮਾ ਬਾਰੇ ਬੋਲਣ ਲਈ ਜਿੰਨਾ ਮਰਜ਼ੀ ਸਾਡੇ ਕੋਲ ਅੱਖਰੀ ਗਿਆਨ ਇਕੱਠਾ ਹੋਵੇ, ਭਾਸ਼ਾਈ ਗਿਆਨ ਇਕੱਠਾ ਹੋਵੇ, ਜ਼ੋਮੈਟਰੀਕਲੀ ਗਿਆਨ ਇਕੱਠਾ ਹੋਵੇ, ਮੈਡੀਕਲੀ ਗਿਆਨ ਇਕੱਠਾ ਹੋਵੇ, ਸੰਸਾਰਕ ਭੂਗੋਲਿਕ ਗਿਆਨ ਇਕੱਠਾ ਹੋਵੇ, ਜੀਓਗ੍ਰਾਫੀ ਹੋਵੇ, ਪਰ ਯਾਦ ਰੱਖਿਓ ਅਸੀਂ ਰੱਬ ਬਾਰੇ, ਗੁਰੂ ਬਾਰੇ ਫਿਰ ਵੀ ਪੂਰਾ ਨਹੀਂ ਬੋਲ ਸਕਦੇ। ਇਹ ਬੇਨਤੀ ਤਾਂ ਤੁਹਾਡੇ ਚਰਨਾਂ 'ਚ, ਕਿਉਂਕਿ ਧਨਾਸਰੀ ਰਾਗ, ਇਹਦੀ ਆਪਾਂ ਸੰਖੇਪ ਜਾਣਕਾਰੀ ਲਈ, ਜੇ ਇਹਦੀ ਬਣਤਰ ਵੇਖੋਗੇ ਆਪਾਂ ਉਸ ਪਾਸੇ ਨਹੀਂ ਜਾਣਾ, ਕਿਉਂਕਿ ਲੜੀਵਾਰ ਸ਼ਬਦ ਨਾਲ ਵੀ ਜੁੜਨਾ। ਇਹਦੇ ਅੰਦਰ 93 ਚੌਪਦੇ ਨੇ, ਫਿਰ 3 ਅਸ਼ਟਪਦੀਆਂ ਨੇ, 17 ਸ਼ਬਦ ਇਸ ਰਾਗ ਵਿੱਚ ਭਗਤ ਸਾਹਿਬਾਨਾਂ ਦੇ ਨੇ, 5 ਕਬੀਰ ਸਾਹਿਬ ਦੇ ਨੇ, 5 ਨਾਮਦੇਵ ਸਾਹਿਬ ਦੇ ਨੇ, 3 ਰਵਿਦਾਸ ਜੀ ਮਹਾਰਾਜ ਦੇ ਨੇ, 4 ਅੱਗੇ ਭਗਤ ਸੈਨ ਜੀ, ਭਗਤ ਧੰਨਾ ਜੀ, ਪੀਪਾ ਜੀ, ਇੱਕ ਇੱਕ ਸ਼ਬਦ ਉਹਨਾਂ ਦਾ ਹੈ। ਪਰ ਫਿਰ ਵੀ ਬੇਨਤੀ ਹੈ, ਬੜੇ ਪਿਆਰ ਨਾਲ ਸੁਣਿਓ। ਹੁਣ ਧਨਾਸਰੀ ਰਾਗ ਗੁਰੂ ਰਾਮਦਾਸ ਸਾਹਿਬ ਦੀ ਮੁਬਾਰਕ ਰਸਨਾ ਦਾ ਇਹ ਰਾਗ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼੍ਰੀ ਮੁਖ ਵਾਕ ਜੋ ਅੱਜ ਦੀ ਇਹ ਬਖਸ਼ਿਸ਼ ਹੈ, ਮੌਜੂਦਾ ਸਰੂਪ 'ਤੇ 668 ਅੰਗ 'ਤੇ ਹੈ। ਬੜੇ ਪਿਆਰ ਨਾਲ ਸੁਣਨਾ ਜੀ। ਜਿਹੜਾ ਮੌਜੂਦਾ ਸਰੂਪ ਹੈ ਨਾ, ਜਿਹਨੂੰ ਅਸੀਂ ਦਮਦਮੀ ਸਰੂਪ ਕਹਿੰਦੇ, ਬੀੜ ਕਹਿੰਦੇ, ਜਿਸ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਤਾਬੇ ਬੈਠੇ, ਇਹਦੇ 1430 ਅੰਗ ਨੇ ਜਿਹੜੇ ਪੱਕੇ ਨਿਰਧਾਰਿਤ ਕੀਤੇ ਗਏ ਅੰਗ। ਸਿਆਣੇ ਗੁਰਮੁਖ ਸੱਜਣ ਸਮਝਦੇ ਹੋ, ਇਹ ਲਗਭਗ 1898 ਤੋਂ ਬਾਅਦ 1906-07 ਦੇ ਵਿੱਚ ਦੀ ਖੇਡ ਹੈ, ਵੱਖਰਾ ਵਿਸ਼ਾ ਹੈ। ਇਹ ਤੋਂ ਪਹਿਲਾਂ ਜਦੋਂ ਆਪਾਂ ਪਾਵਨ ਸਰੂਪ ਜਿਹੜੇ ਅੱਜ ਛਾਪੇ ਨਾਲ ਛਪਦੇ ਨੇ, ਹੱਥ ਲਿਖਤ ਸਰੂਪ ਜਿੰਨੇ ਵੀ ਨੇ, ਵੇਖੋ ਉਹਨਾਂ ਦੇ ਅੰਗ। ਮੁੱਢਲੀ ਬੇਨਤੀ, ਜਦੋਂ ਅਸੀਂ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਪਾਵਨ ਬਾਣੀ ਲਿਖਾਈ, ਅੱਜ ਤੱਕ
ਸ਼੍ਰੀ ਕਰਤਾਰਪੁਰ ਸਾਹਿਬ ਨੇੜੇ ਜਲੰਧਰ, ਦੂਰ ਥੋੜ੍ਹੀ ਆਪਾਂ ਤੋਂ। ਤੇ ਯਾਦ ਰੱਖਿਓ, ਕਦੇ ਅਸੀਂ ਯਤਨ ਕੀਤਾ। ਦਾਸ ਵਾਰ-ਵਾਰ ਬੇਨਤੀ ਕਰਦਾ ਸੀ, ਝੀਲਾਂ ਵੇਖਣ ਬਹੁਤ ਜਾਂਦੇ ਆ, ਪਹਾੜ ਵੇਖਣ ਬਹੁਤ ਜਾਂਦੇ ਆ, ਕਦੇ ਅਸੀਂ ਖੁਦ ਤੇ ਆਪਣੇ ਬੱਚਿਆਂ ਨੂੰ ਆਪਣੇ ਪੁਰਾਤਨ ਇਤਿਹਾਸਕ ਸਥਾਨ, ਆਪਣੇ ਪੁਰਾਤਨ ਸਰੋਤ, ਆਪਣੇ ਪੁਰਾਤਨ ਇਤਿਹਾਸਕ ਗ੍ਰੰਥ, ਕਦੇ ਉਹਨਾਂ ਦੇ ਦਰਸ਼ਨ ਲਈ ਆਪ ਗਏ? ਅਸੀਂ ਯਤਨ ਕੀਤਾ ਕਦੇ ਉਹਨਾਂ ਨੂੰ ਖੋਜੀਏ? ਤੁਹਾਡੀ ਗੱਲ ਛੱਡੋ, ਅਸੀਂ ਨਹੀਂ ਕਰਨੇ। ਇਸ ਲਈ ਉਸ ਸਰੂਪ 'ਤੇ ਸਾਰੇ ਵਿਦਵਾਨਾਂ ਨੇ ਹਵਾਲਾ ਦਿੱਤਾ ਹੋਇਆ, ਬਕਾਇਦਾ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦੀ ਕਲਮ ਨਾਲ ਲਿਖਿਆ ਹੋਇਆ ਹੈ, ਕੁੱਲ ਪੱਤਰੇ ਬਾਬੇ ਕੇ 974 ਪੱਤਰਾ ਸਮਝਦੇ ਉਦੋਂ ਅੰਗਾਂ ਦੋਹਾਂ ਨੂੰ ਮਿਲਾ ਕੇ ਪੱਤਰਾ ਕਹਿੰਦੇ ਸਨ। ਇਸ ਲਈ ਕਦੇ 2800 ਵੀ ਰਿਹਾ, ਕਦੇ 2000 ਵੀ ਰਿਹਾ। ਉਹ ਬੇਨਤੀ ਫਿਰ ਤੁਹਾਡੇ ਚਰਨਾਂ 'ਚੋਂ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸ਼੍ਰੀ ਮੁੱਖ ਵਾਕ ਹੱਥ ਲਿਖਤ ਸਰੂਪ ਦਾ ਹੁੰਦਾ ਹੈ। ਜਦੋਂ ਆਪਾਂ ਸ਼੍ਰੀ ਮੁੱਖ ਵਾਕ ਦੀ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਤੋਂ, ਇਸ ਮੁਕੱਦਸ ਸਥਾਨ ਤੋਂ ਕਰ ਰਹੇ ਹਾਂ ਜਾਂ ਵਿਦਵਾਨ ਕਰਦੇ ਨੇ, ਇਹ ਦਮਦਮੀ ਸਰੂਪ ਤੋਂ ਹੈ। ਇਸ ਲਈ ਇਹ ਬੇਨਤੀਆਂ ਨੇ ਕਈ ਵਾਰੀ ਕਈ ਸੱਜਣਾਂ ਦੇ ਮਨ 'ਚ ਵੀ ਖਿਆਲ ਆਉਂਦਾ ਹੈ ਵੀ ਜਦੋਂ ਹੁਣ 668 ਅੰਗ ਤੋਂ ਉੱਪਰ ਤੋਂ ਆਰੰਭ ਹੁੰਦਾ ਤੇ ਆਪਾਂ ਕਹਾਂਗੇ ਹੁਕਮਨਾਮੇ ਦੀ ਮਰਜ਼ਾਦਾ ਹੈ ਪਿੱਛੋਂ ਤੋਂ ਸ਼ੁਰੂ ਕਰਨਾ। ਇਸ ਲਈ ਇਹ ਭੁਲੇਖਾ ਹੈ ਕੋਈ ਨਹੀਂ ਇੱਦਾਂ ਦਾ, ਅਸਲ ਵਿੱਚ ਸਾਡੀ ਸਮਝ ਵਿੱਚ ਕਮੀ ਹੈ। ਤੇ ਦੂਜੀ ਬੇਨਤੀ ਤੁਹਾਨੂੰ ਕਰ ਹੀ ਦਿੱਤੀ ਵੀ ਗੁਰੂ ਬਾਰੇ, ਪਰਮਾਤਮਾ ਬਾਰੇ ਜੀ ਪੂਰਾ ਨਹੀਂ ਕੋਈ ਕਹਿ ਸਕਦਾ। ਕਦੇ ਵੀ ਸਤਿਗੁਰਾਂ ਬਾਰੇ, ਗੁਰੂ ਦੇ ਬਚਨਾਂ ਬਾਰੇ ਬੋਲਣ ਲੱਗਿਆ ਬਹੁਤ ਕੁਝ ਤੋਲ ਕੇ ਸਮਝਣਾ ਚਾਹੀਦਾ ਹੈ। ਇਸ ਲਈ ਇਹ ਧਨਾਸਰੀ ਰਾਗ ਦੀ ਜਿਹੜੀ ਬੰਤਰ ਲਈ ਮੈਂ ਬੇਨਤੀ ਕੀਤੀ, ਜਿਨ੍ਹਾਂ ਸਮਝਿਆ ਵੀ ਜੋ ਆਪਾਂ ਦੱਸਿਆ ਇਹ ਤੋਂ ਵੀ ਵੱਧ ਇਹਨਾਂ ਰਾਗਾਂ ਅੰਦਰ, ਇੱਕ ਇੱਕ ਸ਼ਬਦ ਅੰਦਰ ਪਤਾ ਨਹੀਂ ਕੀ ਸਤਿਗੁਰੂ ਨੇ ਸਾਨੂੰ ਸਮੋ ਕੇ ਦਿੱਤਾ ਹੈ। ਧਨਾਸਰੀ ਮਹੱਲਾ ਚੌਥਾ। ਅੱਜ ਦੇ ਪਾਵਨ ਸ਼੍ਰੀ ਮੁੱਖ ਵਾਕ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਹਰ ਹਰ ਬੂੰਦ ਭਏ ਹਰ ਸੁਆਮੀ, ਹਰ ਹਰ ਬੂੰਦ, ਬੜੇ ਪਿਆਰ ਨਾਲ ਸੁਣਨਾ। ਮਾਲਕ ਪਰਮਾਤਮਾ ਜੀ ਸਵੰਤੀ ਬੂੰਦ ਹੈ, ਪਰ 2 ਵਾਰੀ ਸ਼ਬਦ ਵਰਤਿਆ ਹਰ ਹਰ, ਤੇ ਮਾਲਕ ਲਈ ਤੇ ਅੱਗੇ ਸ਼ਬਦ ਫਿਰ ਵਰਤ ਦਿੱਤਾ ਹਰ ਸੁਆਮੀ। ਹਰ ਦਾ ਅਰਥ ਹੁੰਦਾ ਦੁੱਖਾਂ ਨੂੰ ਹਰਨ ਵਾਲਾ, ਹਰ ਲੈਣਾ, ਖਾ ਜਾਣਾ, ਖਤਮ ਕਰਨਾ। ਦੂਜੇ ਹਰ ਦਾ ਅਰਥ ਹੈ ਹਰਾ ਕਰਨ ਵਾਲਾ, ਹਰਿਆਵਲ ਦੇਣ ਵਾਲਾ, ਖੇੜਾ ਦੇਣ ਵਾਲਾ। ਮਾਲਕ ਵਿੱਚ ਇੰਨੇ ਗੁਣ ਨੇ, ਆਪਾਂ ਰੱਬੀ ਬਾਣੀ 'ਚ ਪੜ੍ਹਨੇ, ਤੂੰ ਬੇਅੰਤ ਕੋ ਵਿਰਲਾ ਜਾਣਾ ਹੈ। ਉਹਦੇ ਗੁਣਾਂ ਦਾ ਕੋਈ ਅੰਤ ਥੋੜ੍ਹੀ ਹੈ ਜੀ। ਆਪਾਂ ਇੱਥੋਂ ਬੇਨਤੀ ਰੰਭੀ, ਕੋਈ ਨਹੀਂ ਕਹਿ ਸਕਦਾ ਜਿੰਨੇ ਸ਼ਬਦ ਕਹਾਂਗੇ ਥੋੜ੍ਹੇ ਨੇ, ਉਹਨਾਂ 'ਤੇ ਉਹ ਪੂਰਾ ਨਹੀਂ, ਉਹ ਹੋਰ ਅੱਗੇ ਹੈ। ਇਸ ਲਈ ਮਾਲਕ ਪਰਮਾਤਮਾ ਸਭ ਦੇ ਦੁੱਖਾਂ ਨੂੰ ਹਰਨ ਵਾਲਾ, ਹਰ ਹਰ ਬੂੰਦ। ਮਾਲਕ ਪਰਮਾਤਮਾ ਦੁੱਖਾਂ ਨੂੰ ਹਰਨ ਵਾਲਾ ਤੇ ਨਾਲ ਦੀ ਨਾਲ ਸਭ ਨੂੰ ਹਰਾ ਕਰਨ ਵਾਲਾ। ਬੂੰਦ ਭਏ ਹਰ ਸੁਆਮੀ, ਹਰ ਹਰ ਬੂੰਦ ਭਏ ਹਰ ਸੁਆਮੀ। ਹੁਣ ਬੂੰਦ ਕੀ ਹੈ? ਸਵੰਤੀ ਬੂੰਦ। ਬੜੇ ਪਿਆਰ ਨਾਲ ਫਿਰ ਸਮਝਣਾ ਇਸ ਗੱਲ ਨੂੰ ਨਾ। ਵੇਖੋ, ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਸਮਝਣਾ ਸੀ। ਜਿੰਨੀ ਕੁ ਮਾਲਕ ਬੁੱਧ ਬਖਸ਼ਦਾ, ਆਪ ਆਪਣੀ ਬੁੱਧ ਹੈ ਜੇਤੀ, ਤੇ ਸਾਨੂੰ ਸ਼ਬਦ ਦੇ ਪਿੱਛੇ ਜਾਣਾ ਪਏਗਾ। ਅਸਲ ਵਿੱਚ ਜਦੋਂ ਤੁਸੀਂ ਵੇਖੋਗੇ, ਜਿਵੇਂ ਅੱਜ ਆਪਾਂ ਤਾਰਾ ਮੰਡਲ ਕਹਿੰਦੇ, ਐਸਟ੍ਰੋਨਮੀ ਜਿਹਨੂੰ ਕਹਿੰਦੇ, ਇਹਦੇ ਵਿੱਚ ਨਛੱਤਰ ਹੁੰਦੇ ਨੇ, ਜਿਵੇਂ ਰਾਸ਼ੀਆਂ ਹੁੰਦੀਆਂ ਨੇ। ਇਹ ਹੈ ਵੈਸੇ ਵਿਗਿਆਨ ਦਾ ਵਿਸ਼ਾ। ਸਾਡੇ ਬੰਦਿਆਂ ਨੇ ਇਹ ਕਹਿਤਾ ਜੀ ਵੇਖੋ ਇਹ ਨਛੱਤਰ ਜੀ, ਇਹ ਰਾਸ਼ੀਆਂ ਜੀ, ਇਹ ਫਲਾਨਾਵਾਦ ਹੈ ਜੀ, ਇਹ ਭੁਲੇਖਾ। ਭੁਲੇਖਾ ਨਹੀਂ, ਤਾਰਾ ਮੰਡਲ ਵਿਗਿਆਨ ਨੂੰ ਹੀ ਪੁਰਾਤਨ ਸ਼ਬਦਾਂ ਵਿੱਚ ਰਾਸ਼ੀਆਂ ਜਾਂ ਨਛੱਤਰ ਕਹਿੰਦੇ ਸਨ। ਤੇ ਨਛੱਤਰਾਂ ਵਿੱਚ ਇੱਕ ਸਵਾਂਤ ਯੋਗ ਨਛੱਤਰ ਹੈ। ਇਹ ਬਣਦਾ ਕਦੋਂ? ਇਹਦੀ ਬੰਤਰ ਵੀ ਸੁਣ ਲਓ। ਇਹ ਜਾਂ ਤਾਂ ਹਾੜ ਦੇ ਚਾਨਣੇ ਪੱਖ ਦੀਆਂ ਸਾਰੀਆਂ ਤਰੀਕਾਂ 'ਚ ਹੁੰਦਾ ਜੀ, ਜਾਂ ਮਾਘ ਬਦੀ ਸੱਤ ਨੂੰ ਹੁੰਦਾ। ਫਿਰ ਸ਼ਬਦ ਦੁਹਰਾਦੇ ਹਾਂ, ਹਾੜ ਦੇ ਚਾਨਣੇ ਪੱਖ ਦੀਆਂ ਸਾਰੀਆਂ ਤਰੀਕਾਂ 'ਚ ਹੁੰਦਾ, ਜਾਂ ਮਾਘ ਬਦੀ ਸੱਤ ਨੂੰ ਹੁੰਦਾ। ਉਦੋਂ ਬਣਦਾ ਹੈ ਸਵਾਂਤ ਯੋਗ। ਉਦੋਂ ਇਹ ਜਿਹੜਾ ਨਛੱਤਰ, ਉਹਦਾ ਨਾਂ ਹੈ ਸਵਾਂਤ ਨਛੱਤਰ। ਉਹਦੇ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਨਾ ਜੀ, ਸਿਆਣੇ ਸੱਜਣ ਸੁਣਿਓ, ਉਹ ਬਾਰਿਸ਼ ਵਿੱਚ ਜਿਹੜੀ ਬੂੰਦ ਡਿੱਗਦੀ ਹੈ, ਉਹ ਬੂੰਦ ਨੂੰ ਸਵਾਂਤ ਯੋਗ ਵਿੱਚ ਪੈਣ ਕਰਕੇ ਸਵੰਤੀ ਬੂੰਦ ਕਹਿੰਦੇ। ਉਹ ਬੂੰਦ ਦਾ ਜ਼ਿਕਰ ਹੈ, ਹਰ ਹਰ ਬੂੰਦ ਭਏ ਹਰ ਸੁਆਮੀ। ਹੁਣ ਕਮਾਲ ਦੀ ਗੱਲ ਇਹ ਹੈ, ਸਵੰਤੀ ਬੂੰਦ ਨਾਲ ਰੱਬ ਨੂੰ ਕਿਉਂ ਜੋੜਿਆ? ਉਹਦੇ ਨਾਮ ਨੂੰ ਕਿਉਂ ਜੋੜਿਆ? ਕੋਈ ਰੀਜਨ ਹੋਏਗਾ, ਕੋਈ ਕਾਰਨ ਹੈ। ਮਾਲਕ ਨੇ ਕਿਰਪਾ ਕੀਤੀ ਜਿਹੜੀ, ਉਹਦਾ ਕਾਰਨ ਹੈ ਇੱਕ। ਸਵੰਤੀ ਬੂੰਦ ਬਾਂਸ 'ਤੇ ਪੈਦੇ ਨਾ ਜੀ, ਪੁਰਾਣੇ ਬਜ਼ੁਰਗਾਂ ਨੇ ਕਦੇ ਵੇਖਿਆ ਹੋਣਾ। ਕਈ ਬਾਂਸਾਂ ਦੇ ਤੁਸੀਂ ਅੱਖਾਂ ਬਣੀਆਂ ਵੇਖੀਆਂ ਹੋਣੀਆਂ,
ਸਾਰੇ ਬਾਂਸਾਂ ਦੇ ਨਹੀਂ ਹੁੰਦੀਆਂ। ਬਾਂਸ ਖੜੇ ਹੋਣਗੇ ਜੰਗਲ 'ਚ, ਤਜਰਬਾ ਕਰ ਲਿਓ ਐਕਸਪੈਰੀਮੈਂਟ ਲਈ, ਉਹਦੇ 'ਤੇ ਲੋਚਨ ਬਣੇ ਹੁੰਦੇ, ਆਈਸ, ਅੱਖਾਂ ਬਣੀਆਂ ਹੁੰਦੀਆਂ। ਇਹਦਾ ਮਤਲਬ ਹੈ ਉਹ ਬਾਂਸ 'ਤੇ ਸਵੰਤੀ ਬੂੰਦ ਪਈ ਹੋਈ, ਉਹ ਬਾਂਸ 'ਤੇ ਬਾਂਸ ਲੋਚਨ ਕਹਿੰਦੇ, ਉਹਨੂੰ ਬੰਸ ਲੋਚਨ ਬਣ ਜਾਂਦੇ ਨੇ। ਸਵੰਤੀ ਬੂੰਦ ਛਿੱਪੀ 'ਤੇ ਪੈ ਜਾਏ ਮੋਤੀ ਬਣ ਜਾਂਦਾ ਹੈ, ਯਾਦ ਰੱਖਿਓ। ਸਵੰਤੀ ਬੂੰਦ ਗਿੱਦੜ ਦੇ ਸਿਰ ਪੈ ਜਾਏ ਪਾਗਲ ਹੋ ਜਾਂਦਾ ਹੈ। ਇਸੇ ਤਰੀਕੇ ਨਾਲ ਜਿੱਥੇ ਡਿੱਗਦੀ ਆਪਣਾ ਅਸਰ ਛੱਡਦੀ ਹੈ, ਤੇ ਸਵੰਤੀ ਬੂੰਦ ਰੇਤੇ 'ਤੇ ਪੈ ਜਾਏ ਆਪ ਵੀ ਖਤਮ ਹੋ ਜਾਂਦੀ ਹੈ, ਆਪਣੀ ਹੋਂਦ ਵੀ ਗਵਾ ਜਾਂਦੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਹਰ ਹਰ ਬੂੰਦ ਭਏ ਹਰ ਸੁਆਮੀ। ਪਰ ਮਾਲਕ ਪਰਮਾਤਮਾ ਜੀ ਤੁਹਾਡਾ ਨਾਮ ਵੀ ਸਵੰਤੀ ਬੂੰਦ ਵਰਗਾ ਹੈ, ਤੇ ਕਿਰਪਾ ਕਰੋ। ਸਾਡੀ ਹਾਲਤ ਕੀ ਹੈ? ਹਮ ਚਾਤਰਿਕ ਬਿਲ ਲਾਤੀ, ਚਾਤਰਿਕ ਕਹਿ ਲਓ, ਵੈਸੇ ਇਹਦਾ ਮੁੱਢਲਾ ਨਾਂ ਚਾਤਰਿਕ ਹੀ ਹੈ। ਪਪੀਹਾ ਤੇ ਬੰਬੀਹਾ ਸ਼ਬਦ ਇਹਨੂੰ ਕਿਉਂ ਕਹਿੰਦੇ ਆ? ਬਿਲਕੁਲ ਦੋ ਸ਼ਬਦਾਂ 'ਚ। ਈਹਾ ਦਾ ਅਰਥ ਹੁੰਦਾ ਇੱਛਾ ਰੱਖਣੀ, ਪਪ ਈਹਾ, ਪਪੀਹੇ ਦਾ ਅਰਥ ਹੁੰਦਾ ਪੀਣ ਦੀ ਇੱਛਾ ਰੱਖਣ ਵਾਲਾ, ਕਿਉਂਕਿ ਸ਼ਬਦ ਅੱਜ ਮੁੱਢਲਾ ਬੂੰਦ। ਤੇ ਰਹਾਉ ਦੀ ਪੰਕਤੀ ਇਸੇ ਨਾਲ ਜੁੜੇਗੀ ਕਿ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਹੁਣ ਬੂੰਦ ਨੂੰ ਚਾਤਰਿਕ ਪੀਂਦਾ ਹੈ, ਹਮ ਚਾਤਰਿਕ ਬਿਲ ਲਾਤੀ। ਪਪੀਹੇ ਤੋਂ ਸ਼ਬਦ ਬਣਿਆ ਬਬੀਹਾ, ਬਬੀਹਾ ਕਿੱਥੋਂ ਬਣਿਆ? ਫਿਰ ਯਾਦ ਰੱਖਿਓ, ਈਹਾ, ਈੜੀ ਬਿਹਾਰੀ ਹਾ ਇਹ ਕਰਨਾ, ਈਹਾ ਦਾ ਅਰਥ ਹੈ ਇੱਛਾ ਰੱਖਣ ਵਾਲਾ। ਤੇ ਬੰਬ ਸ਼ਬਦ ਬਣਿਆ ਹੈ ਅੰਬ ਤੋਂ, ਬੰਬ ਪਾਣੀ ਨੂੰ ਕਹਿੰਦੇ ਨੇ, ਬਿੰਬ ਪਾਣੀ ਨੂੰ ਵੀ ਕਹਿੰਦੇ ਨੇ। ਬੰਬੀਹਾ ਪਾਣੀ ਪੀਣ ਦੀ, ਬੂੰਦ ਪੀਣ ਦੀ ਇੱਛਾ ਰੱਖਣ ਵਾਲਾ, ਪੀਣ ਦੀ ਇੱਛਾ ਰੱਖਣ ਵਾਲਾ ਪਪੀਹਾ। ਇਹ ਤਾਂ ਬੇਨਤੀ ਹੈ ਜੀ, ਇਹ ਸਾਰੇ ਸ਼ਬਦ ਤੁਸੀਂ ਬਾਣੀ 'ਚ ਪੜ੍ਹੋਗੇ। ਬੰਬੀਹਾ ਅੰਮ੍ਰਿਤ ਵੇਲੇ ਬੋਲਿਆ। ਕਿਤੇ ਭਾਈ ਗੁਰਦਾਸ ਸਾਹਿਬ ਨੇ ਵਾਰ-ਵਾਰ ਪਪੀਹੇ ਦਾ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਨੇ ਕੀਤਾ। ਕਬੀਰ ਕਦੇ ਇਸ ਲਈ ਬੰਬੀਹਾ ਪਪੀਹਾ, ਇੱਥੇ ਸ਼ਬਦ ਚਾਤਰਕ। ਸਾਹਿਬ ਕਹਿੰਦੇ ਮਾਲਕ ਜੀ ਤੁਸੀਂ ਨਿਰਮਲ ਬੂੰਦ ਵਰਗੇ ਹੋ, ਸਵੰਤੀ ਬੂੰਦ ਵਰਗੇ ਹੋ। ਹਮ ਚਾਤਰਿਕ ਬਿਲ ਲਾਤੇ, ਅਸੀਂ ਚਾਤਰਿਕ ਵਾਂਗੂ ਬਿੱਲ ਲਾਉਣੇ ਆ। ਇਮਾਨਦਾਰੀ ਨਾਲ ਸੋਚਣਾ ਹੈ, ਕਦੇ ਪਪੀਹੇ ਜਿੰਨੀ ਤੜਫ ਆਪਣੇ 'ਚ ਹੈ। ਤੜਫ ਹੋਵੇ ਤੇ ਮਿਲਾਪ ਨਾ ਹੋਵੇ, ਨਹੀਂ ਹੋ ਸਕਦਾ ਜੀ। ਫਿਰ ਬੇਨਤੀ ਆਪ ਜੀ ਦੇ ਚਰਨਾਂ 'ਚ ਜੀ, ਵੇਖੋ ਪਰਿਵਾਰ ਤੋਂ ਵਿਛੜ ਜਾਈਏ, ਵਿਛੋੜੇ ਦਾ ਅਹਿਸਾਸ ਹੁੰਦਾ ਹੈ। ਅਸੀਂ ਵਿਛੜੇ ਹਾਂ ਪਰਿਵਾਰ ਤੋਂ, ਤੇ ਮਿਲਣ ਲਈ ਯਤਨ ਨਹੀਂ ਕਰਦੇ ਆਪਾਂ। ਕੋਵਿਡ ਦੇ ਲੰਘੇ ਨੇ 2 ਸਾਲ ਤੱਕ ਸਾਰਾ ਕੁਝ ਲਗਭਗ ਬਲੌਕ ਰਿਹਾ ਦੁਨੀਆ 'ਤੇ। ਜੇ ਅਸੀਂ ਕਿਸੇ ਨੂੰ ਮਿਲਣਾ ਸੀ, ਕਿਤੇ ਜਾਣਾ ਆਉਣਾ ਸੀ, ਤੇ ਕੀ ਅਸੀਂ ਤੜਫੇ ਨਹੀਂ? ਹਾਲਾਂਕਿ ਫੋਨ 'ਤੇ ਇੱਕ ਦੂਜੇ ਨਾਲ ਗੱਲ ਹੁੰਦੀ ਹੈ, ਵੇਖ ਵੀ ਲੈਂਦੇ ਆ, ਪਰ ਫਿਰ ਵੀ ਮਿਲਣ ਦੀ ਤੜਫ ਰਹੀ ਨਾ। ਕਿਉਂ? ਕਿਉਂਕਿ ਵਿਛੋੜੇ ਦਾ ਪਤਾ ਸੀ। ਇੰਨਾ ਅਨੁਭਵ, ਇੰਨੀ ਫੀਲਿੰਗ, ਇੰਨਾ ਅਹਿਸਾਸ, ਇੰਨਾ ਬਿਰਹਾ ਕਦੇ ਅਸੀਂ ਪ੍ਰਭੂ ਲਈ ਕੀਤਾ ਵੀ ਮਾਲਕ ਤੋਂ ਵਿਛੜੇ ਹਾਂ। ਆ ਘਰਦਿਆਂ ਤੋਂ ਤੇ ਸਾਲ 2 ਸਾਲ ਵਿਛੜਦੇ ਆ, ਤਾਂ ਵੀ ਮਿਲਣ ਦੀ ਤੜਫ ਰਹਿੰਦੀ ਹੈ। ਉਹ ਤੋਂ ਤੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ ਕਦੇ ਮਹਿਸੂਸ ਹੋਇਆ ਜੀ? ਅੱਜ ਤੋਂ ਬਾਅਦ ਬੇਨਤੀ ਆਪ ਜੀ ਦੇ ਚਰਨਾਂ, ਜਿਹੜੇ ਸਿਆਣੇ ਸੱਜਣ ਸੁਣਦੇ ਹੋ ਸੰਗਤ ਜੀ, ਮਹਿਸੂਸ ਕਰੋ ਕਦੇ ਇਕੱਲਿਆਂ ਬਹਿ ਕੇ ਵਿਛੜੇ ਆ ਕਿਤੋਂ? ਘਰਦਿਆਂ ਤੋਂ ਵਿਛੜੇ ਆ, ਮਿਲ ਗਏ ਫਿਰ ਵਿਛੜ ਗਏ। ਇਹ ਵਿਛੋੜਾ ਤੇ ਅੱਜ ਨਹੀਂ ਕੱਲ੍ਹ ਫਿਰ ਹੋ ਜਾਣਾ ਕਿਸੇ ਨਾ ਕਿਸੇ ਦਾ। ਕਿੰਨਾ ਕੁ ਚਿਰ ਬਚਾਂਗੇ ਵਿਛੋੜੇ ਤੋਂ? ਪਤਾ ਨਹੀਂ ਆਪਣੇ 'ਚੋਂ ਕੌਣ ਪਹਿਲਾਂ ਚਲਾ ਜਾਏ, ਪਰਿਵਾਰ 'ਚੋਂ ਕੌਣ ਪਹਿਲਾਂ ਚਲਾ ਜਾਏ। ਪਰ ਉਹ ਮਾਲਕ ਦਾ ਵਿਛੋੜਾ ਤੇ ਜਨਮਾਂ ਜਨਮਾਂ ਦਾ ਬਣਿਆ ਹੋਇਆ। ਇਸ ਲਈ ਸਾਹਿਬ ਗੁਰੂ ਰਾਮਦਾਸ ਸਾਹਿਬ ਬਿਰਹਾ ਵਿੱਚ ਆ ਕੇ ਬਖਸ਼ਿਸ਼ ਕਰਦੇ ਨੇ, ਮਾਲਕ ਜੀ ਤੁਸੀਂ ਬੂੰਦ ਹੋ, ਸਵੰਤੀ ਬੂੰਦ, ਹਮ ਚਾਤਰਿਕ ਬਿਲ ਲਾਤੀ। ਤੇ ਧੰਨ ਬਾਬਾ ਕਬੀਰ ਸਾਹਿਬ ਕਿਰਪਾ ਕਰਦੇ, ਕਹਿੰਦੇ ਤੂੰ ਕੂਕ ਕੇ ਵੇਖ, ਸੁਣ ਕੂਕ ਕੇ ਵੇਖ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਨੈ ਕਬਹੂ ਕੈ ਸੁਣੈ ਪੁਕਾਰ। ਕਦੇ ਤੇ ਸੁਣੇਗਾ ਹੀ ਨਾ। ਇਸ ਲਈ ਮਾਲਕ ਜੀ ਅਸੀਂ ਚਾਤਰਿਕ ਵਾਂਗੂ ਬਿੱਲ ਲਾਉਣੇ ਹਾਂ, ਤੇ ਤੁਸੀਂ ਸਵੰਤੀ ਬੂੰਦ ਵਰਗੇ ਹੋ ਜੀ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮ ਖਾਤੀ। ਮਾਲਕ ਜੀ ਆਪ ਜੀ ਸਾਡੇ ਤੇ ਕਿਰਪਾ ਕਰੋ, ਹਰ ਹਰ ਕਿਰਪਾ ਕਰੋ। ਫਿਰ ਬੇਨਤੀ ਤੁਹਾਡੇ ਚਰਨਾਂ 'ਚ, ਵੈਸੇ ਤੇ ਦਾਸ ਸਭ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ, ਯਤਨ ਕਰੋ ਜ਼ਿੰਦਗੀ ਵਿੱਚ। ਬੱਚਿਆਂ ਨੂੰ ਅਸੀਂ ਗ੍ਰੈਜੂਏਸ਼ਨ ਕਰਾਉਣ ਲਈ 15 ਤੋਂ 18 ਸਾਲ ਲਵਾਉਣੇ। 3 ਸਾਲ ਨਰਸਰੀ ਲੱਗ ਜਾਂਦੇ ਨੇ, 15 ਫਿਰ ਲੱਗਦੇ ਨੇ। MA ਕਰਾਉਣੀ ਹੈ 18 ਤੋਂ 20 ਸਾਲ ਲੱਗਦੇ ਨੇ।
ਕੋਈ ਡਿਗਰੀ ਕਰਾਉਣੀ ਹੈ ਫਿਰ 2-4 ਸਾਲ ਲੱਗਦੇ ਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ ਅਸੀਂ ਆਪਣੇ ਬੱਚਿਆਂ ਨੂੰ ਕੋਈ ਸਾਲ ਕਿਉਂ ਨਹੀਂ ਦਵਾ ਦਿੰਦੇ, ਕਿਉਂ ਨਹੀਂ ਕੋਈ ਸਾਲ ਸਮਾਂ ਕਢਾ ਦਿੰਦੇ। ਇਹ ਰੱਬੀ ਬਚਨ ਉਹ ਵਿੱਦਿਆ ਤੇ ਕੇਵਲ ਦੁਨੀਆ 'ਚ ਕੰਮ ਆਉਣੀ ਹੈ। ਇਹ ਬ੍ਰਹਮ ਗਿਆਨ, ਇਹ ਵਿੱਦਿਆ ਤੇ ਲੋਕ ਪਰਲੋਕ ਦੀ ਸਾਥੀ ਹੈ। ਇਹ ਬਖਸ਼ਿਸ਼ ਤੇ ਸਦਾ ਨਾਲ ਹੈ। ਇਸ ਲਈ ਬੇਨਤੀ ਤਾਂ ਜੀ, ਹਰ ਹਰ ਕਿਰਪਾ ਕਰੋ। ਜਦੋਂ ਵੀ ਚਰਨਾਂ 'ਚ ਅੱਖਰ ਆਉਂਦਾ ਹੈ ਬੜੇ ਧਿਆਨ ਨਾਲ ਸੁਣਨਾ, ਲਗ ਮਾਤਰ ਹਰੇਕ ਚਰਨਾਂ ਵਾਲੇ ਦੀ ਹੁੰਦੀ ਹੈ। ਇਹ ਤਾਂ ਬੇਨਤੀ ਇੱਥੇ ਸ਼ਬਦ ਆਇਆ ਕੱਕੇ ਸਿਹਾਰੀ ਚਰਨਾਂ ਚਰਾਰਾ ਪੱਪੇ ਕਰਨਾ, ਜਿਹੜੀ ਲਗ ਮਾਤਰ ਹੈ ਫਿਰ ਬੜੇ ਧਿਆਨ ਨਾਲ ਸੁਣਿਓ ਬਾਣੀ ਪੜ੍ਹਨ ਵਾਲੇ ਗੁਰਮੁਖ, ਉਹ ਚਰਨਾਂ ਵਾਲੇ ਨਾਲ ਜਾਣੀ ਹੈ। ਕਈ ਵਾਰੀ ਦਾਸ ਬੇਨਤੀ ਕਰਦਾ ਉਦਾਹਰਣ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਪੈਂਦੇ ਆ, ਜਿਹਦੇ ਚਰਨੀ ਪੈ ਜਾਈਏ ਚਰਨੀ ਪੈਣ ਵਾਲਾ ਕਹਿੰਦਾ, ਜੇ ਆਪਾਂ ਸਤਿਗੁਰਾਂ ਦੇ ਚਰਨੀ ਪੈਂਦੇ ਨਾ ਜੀ, ਤੇ ਜਦੋਂ ਕੋਈ ਕੰਪਲੀਟ ਸਰੈਂਡਰ ਕਰ ਦੇਵੇ ਫਿਰ ਜੋ ਗੁਰੂ ਕੋਲੇ ਉਹ ਸਾਰਾ ਹੀ ਸਿੱਖ ਦਾ ਹੋ ਜਾਂਦਾ। ਉਸੇ ਨੂੰ ਕਲਗੀ ਵਾਲੇ ਨੇ ਕਿਹਾ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਉਹ ਸ਼ਰਨੀ ਆਏ ਦੀ ਚਰਨੀ ਪੈ ਦੀ ਗੱਲ ਹੈ। ਇੱਦਾਂ ਹੀ ਅੱਖਰਾਂ ਦੀ ਦੁਨੀਆ 'ਚ ਹੈ, ਸ਼ਬਦਾਂ ਦੀ ਦੁਨੀਆ 'ਚ ਹੈ। ਕੱਕੇ ਦੇ ਚਰਨਾਂ 'ਚ ਰਾਰਾ ਹੈ, ਇੱਥੇ ਸਮਝ ਲਓ। ਤੇ ਕੱਕੇ ਨੇ ਗੱਲ ਰਾਰੇ ਨੂੰ ਕਹੀ ਹੈ ਵੀ ਤੂੰ ਮੇਰੇ ਚਰਨੀ ਪੈ ਗਿਆ, ਜਿਹੜਾ ਕੁਝ ਮੇਰੇ ਕੋਲੇ ਉਹ ਤੇਰਾ ਹੋ ਗਿਆ। ਹੁਣ ਕੱਕੇ ਨੂੰ ਸਿਹਾਰੀ ਲੱਗੀ ਹੈ, ਉਹ ਰਾਰੇ ਨਾਲ ਚਲੀ ਗਈ, ਤਾਂ ਇਹਦਾ ਉਚਾਰਨ ਕਿਰਪਾ ਹੈ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸਮਗਰ ਬਾਣੀ 'ਚ ਇਹ ਨਿਯਮ ਭਾਸ਼ਾ ਦਾ ਇਹ ਨਿਯਮ ਕੰਮ ਕਰੇਗਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਦੇ ਗੁਰੂ ਰਾਮਦਾਸ ਸਾਹਿਬ ਮਾਲਕ ਜੀ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਮਾਲਕ ਜੀ ਆਪਣੀ ਬਖਸ਼ਿਸ਼ ਕਰੋ, ਕਿਰਪਾ ਕਰੋ। ਮੁਖ ਦੇਵ ਹੋ ਹਰ ਨਿਮਖਾਤੀ, ਸਾਨੂੰ ਇੱਕ ਨਿਮਖ ਲਈ ਹੀ ਇਹ ਜਿਹੜੀ ਬੂੰਦ ਹੈ ਨਾ ਸਵੰਤੀ ਸਾਡੇ ਮੁੱਖ ਵਿੱਚ ਪਾ ਦਿਓ। ਪਹਿਲੇ ਅਰਥ ਨੇ ਪੁਰਾਤਨ ਜਿਹੜੇ ਸਟੀਕ ਵਿਦਵਾਨ ਅਰਥ ਕਰਦੇ ਨੇ ਉਹ ਹੋਰ ਵੀ ਢੁਕਵੇਂ ਨੇ। ਇਹ ਤਾਂ ਬੇਨਤੀ ਕੀਤੀ ਹੈ, ਜੋਕੇ ਸ਼ਬਦੀ ਅਰਥ ਲਿਖੇ ਨੇ ਜਿਹੜੇ ਹੁਣ ਬੇਨਤੀ ਕੀਤੀ। ਥੋੜ੍ਹਾ ਜਿਹਾ ਪਿੱਛੇ ਚੱਲਿਓ। ਮਾਲਕ ਪਰਮਾਤਮਾ ਦੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹੋ ਹਰ ਨਿਮਖਾਤੀ। ਨਿਮਖ ਆਤੀ ਆਪਾਂ ਅਰਥ ਇਹ ਵੀ ਕੀਤੇ ਨੇ ਵੀ ਢੁਕਵੇਂ ਨੇ, ਵੀ ਇੱਕ ਨਿਮਖ ਲਈ ਦੇ ਦਿਓ। ਪਰ ਪੁਰਾਤਨ ਵਿਦਵਾਨਾਂ ਨੇ ਅਰਥ ਕੀਤੇ ਨੇ, ਮਾਲਕ ਜੀ ਇੱਕ ਇੱਕ ਨਿਮਖ ਤੇਰੇ ਨਾਮ ਵਿੱਚ ਨਿਕਲੇ, ਇੱਕ ਇੱਕ ਨਿਮਖ ਅੱਖ ਪਲਕਣ ਜਿੰਨਾ ਸਮਾਂ ਰਸਨਾ ਤੇ ਤੇਰਾ ਨਾਮ ਰਵੇ। ਸਤਨਾਮ ਸ਼੍ਰੀ ਵਾਹਿਗੁਰੂ। ਇਹ ਕਿਰਪਾ ਕਰੋ, ਇੱਕ ਨਿਮਖ ਨਾ ਵਿਸਰੇ। ਇਸ ਲਈ ਮਾਲਕ ਜੀ ਆਪ ਜੀ ਦਾਤ ਦਿਓ, ਕਿਰਪਾ ਕਰੋ। ਇਹ ਸਵੰਤੀ ਬੂੰਦ ਰੂਪੀ ਨਾਮ ਜਾਂ ਨਾਮ ਰੂਪੀ ਸਵੰਤੀ ਬੂੰਦ ਨਿਮਖ ਨਿਮਖ ਕਰਕੇ ਸਾਡੀ ਰਸਨਾ ਤੇ ਹਿਰਦੇ ਅੰਦਰ ਟਿਕਿਆ ਰਵੇ ਜੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਮਾਲਕ ਜੀ ਇੱਕ ਰੱਤੀ ਭਰ ਵੀ ਅਸੀਂ ਤੈਥੋਂ ਬਿਨਾਂ ਨਹੀਂ ਰਹਿ ਸਕਦੇ। ਫਿਰ ਬੇਨਤੀ ਹੈ ਉਹੀ ਗੱਲ ਜਿਹੜੀ ਆਪਾਂ ਪਿੱਛੇ ਕੀਤੀ ਹੈ ਸੰਥਿਆ ਵਾਲੀ। ਕਈ ਵਾਰੀ ਅੱਜ ਹੱਥ ਜੋੜ ਕੇ ਬੇਨਤੀ ਹੈ ਜੀ, ਅਸੀਂ ਬਿਨਾਂ ਲੋੜ ਤੋਂ, ਦੇਖੋ ਪਿਆਰ ਸਹਿਤ ਸਮਝਣ ਲਈ, ਬਿਨਾਂ ਲੋੜ ਤੋਂ ਕਈ ਵਾਰੀ ਅਸੀਂ ਬੇਨਤੀ ਕਰਨਾ ਆਪਣੇ ਕੋਲੋਂ ਬਿੰਦੀ ਪੜ੍ਹਦੇ ਹੋਣਗੇ, ਪੜ੍ਹ ਜਾਂਦੇ ਨੇ। ਗੁਰੂ ਕਿਰਪਾ ਕਰੇ ਰਾਤੀ, ਰਾਤੀ ਦਾ ਅਰਥ ਹੋ ਗਿਆ ਰਾਤ ਨੇ ਰਾਤੀ। ਇੱਥੇ ਰਾਤੀ ਸ਼ਬਦ ਹੈ ਕਬ ਨੂੰ ਸਾਹਮਣੇ ਰੱਖ ਕੇ, ਕਿਉਂਕਿ ਪਿੱਛੋਂ ਸ਼ਬਦ ਆ ਰਹੇ ਨੇ ਬਿਲਲਾਤੀ, ਨਿਮਖਾਤੀ, ਇੱਕ ਰਾਤੀ, ਇੱਕ ਰੱਤੀ ਭਰ। ਭਾਵ ਅਸੀਂ ਇੱਕ ਰੱਤੀ ਭਰ ਜਿੰਨਾ ਸਮਾਂ ਵੀ ਮਾਲਕ ਜੀ ਤੈਥੋਂ ਬਿਨਾਂ ਨਹੀਂ ਰਹਿ ਸਕਦੇ। ਰਾਤ ਤੇ ਬਹੁਤ ਵੱਡੀ ਹੁੰਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਦੇ ਮੁਕੱਦਸ ਸਥਾਨ ਤੇ ਸਜੇ ਆ, ਉਹਨਾਂ ਦੇ ਬਚਨ ਨੇ ਨਾ ਵੀ ਰਾਤ ਤੇ ਬਹੁਤ ਵੱਡੀ ਗੱਲ ਹੈ। ਇੱਕ ਘੜੀ ਵੀ ਤੁਸੀਂ ਨਾ ਮਿਲੋ ਤੇ ਸਾਡੇ ਲਈ ਕਲਯੁਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇੱਥੇ ਉਹੀ ਜ਼ਿਕਰ ਧੰਨ ਗੁਰੂ ਰਾਮਦਾਸ ਸਾਹਿਬ ਕਰਦੇ, ਮਾਲਕ ਜੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਇੱਕ ਰੱਤੀ ਭਰ ਜਿੰਨਾ ਸਮਾਂ ਵੀ ਅਸੀਂ ਮਾਲਕ ਜੀ ਤੇਰੇ ਬਿਨਾਂ ਜਿਉਂ ਨਹੀਂ ਸਕਦੇ, ਰਹਿ ਨਹੀਂ ਸਕਦੇ ਜੀ। ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਵੇਖੋ ਅਵਸਥਾ ਬਿਰਹਾ ਦਾ ਜ਼ਿਕਰ ਕੀਤਾ ਵੀ ਇੱਕ ਰੱਤੀ ਭਰ ਜਿੰਨਾ ਸਮਾਂ ਅਸੀਂ ਨਹੀਂ ਰਹਿ ਸਕਦੇ। ਕਿਉਂ? ਕਿਉਂਕਿ ਜਿਹੜਾ ਪੱਕਾ ਅਮਲੀ ਹੁੰਦਾ ਨਾ ਜੀ, ਉਹ ਇੱਕ ਰੱਤੀ ਭਰ ਜਿੰਨਾ ਸਮਾਂ ਵੀ ਅਮਲ ਬਿਨਾਂ ਨਹੀਂ ਰਹਿ ਸਕਦਾ। ਤੇ ਜੇ ਗੁਜ਼ਰ ਜੇ ਫਿਰ ਕੀ ਹੁੰਦਾ? ਉਸ ਅਵਸਥਾ ਨੂੰ ਸਮਝਿਓ। ਕਦੇ ਬਾਹਰ ਤੌਰ 'ਤੇ ਉਹ ਕੀ ਕਹਿੰਦਾ? ਕਹਿੰਦਾ ਮੇਰਾ ਸਰੀਰ ਦੁਖਦਾ, ਹਾਏ ਮੇਰੀਆਂ ਲੱਤਾਂ ਦੁਖਦੀਆਂ, ਹਾਏ ਮੇਰੇ ਢੂਈ ਦੁਖਦੀ ਹੈ, ਹਾਏ ਮੇਰੀਆਂ ਬਾਹਾਂ ਦੁਖਦੀਆਂ, ਕਹਿੰਦਾ ਨਾ। ਅਤੇ ਇਹਦਾ ਜ਼ਿਕਰ ਹੀ ਗੁਰੂ ਗ੍ਰੰਥ ਸਾਹਿਬ ਤੋਂ ਤੁਹਾਡੇ ਸਨਮੁਖ ਰੱਖਾਂ।
ਬਾਬਾ ਫਰੀਦ ਸਾਹਿਬ ਕਹਿੰਦੇ ਜਿੱਦੇ ਰੱਬ ਮੈਨੂੰ ਨਹੀਂ ਮਿਲਦਾ, ਸਾਡੇ ਲਈ ਜ਼ਿਕਰ ਹੈ, ਕਹਿੰਦੇ ਉਹਦੇ ਮੇਰੀ ਵੀ ਹਾਲਤ ਹੀ ਬਣਦੀ ਹੈ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਅੰਗ ਮੁੜੇ ਕੀ ਹੁੰਦਾ? ਕੜੱਲਾਂ ਪੈਣੀਆਂ, ਵੀਕਨੈਸ ਹੋਣੀ, ਸਰੀਰ ਦੁਖਣਾ। ਵੇਖੋ ਉਹਨਾਂ ਨੇ ਅਵਸਥਾ ਦਾ ਜ਼ਿਕਰ, ਪਰ ਅੰਦਰ ਦੀ ਅਵਸਥਾ ਸਮਝਾਉਣ ਲਈ ਧੰਨ ਗੁਰੂ ਰਾਮਦਾਸ ਸਾਹਿਬ ਇਹਦਾ ਜ਼ਿਕਰ ਬਾਹਰ ਕਰ ਰਹੇ ਨੇ। ਕਹਿਣ ਲੱਗੇ ਜਿਵੇਂ ਬਿਨਾਂ ਅਮਲ ਤੋਂ ਅਮਲੀ ਮਰਦਾ ਹੈ, ਜਿਉਂ ਬਿਨ ਅਮਲ ਹੈ ਅਮਲੀ ਮਰ ਜਾਈ ਹੈ। ਇਹੀ ਅਵਸਥਾ ਸਾਡੀ ਬਣੀ ਹੈ। ਤਿਉ ਹਰ ਬਿਨ ਹਮ ਮਰ ਜਾਤੀ। ਉਹ ਤੋਂ ਬਣਾ ਮਾਲਕ ਦੀ ਯਾਦ ਤੋਂ ਬਿਨਾਂ ਫਿਰ ਯਾਦ ਰੱਖਣਾ। ਸਵਾਸਾਂ ਦਾ ਜੀਵਨ ਸਰੀਰ ਦਾ ਜੀਵਨ ਹੈ, ਉਹਦੀ ਯਾਦ ਦਾ ਜੀਵਨ ਆਤਮਾ ਦਾ ਜੀਵਨ ਹੈ। ਸਰੀਰ ਤੌਰ 'ਤੇ ਅਸੀਂ ਜਿੰਨੇ ਜਿਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਅਸੀਂ ਜਿਉਂਦੇ ਹਾਂ। ਆਪ ਜੀ ਰੱਬੀ ਬਾਣੀ 'ਚ ਬਚਨ ਪੜ੍ਹਦੇ ਹੋਵੋਗੇ, ਕੰਠ ਹੋਣਗੇ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ। ਬੰਦਾ ਚਤਰ ਵੀ ਹੋਵੇ, ਧਨਵੰਤ ਵੀ ਹੋਵੇ, ਮੁਖ ਦਾ ਗਿਆਨੀ ਵੀ ਹੋਵੇ। ਕਿਸੇ ਨੇ ਕਿਹਾ ਗਿਆਨੀ ਵੀ ਹੋਵੇ, ਮੁਖੀਆ ਵੀ ਹੋਵੇ, ਭਾਵ ਅਹੁਦੇਦਾਰ ਵੀ ਹੋਵੇ, ਧਨਵੰਤ ਵੀ ਹੋਵੇ, ਸੁੰਦਰ ਵੀ ਹੋਵੇ, ਅਤ ਦਾ ਚਤਰ ਵੀ ਹੋਵੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਿਰਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਇਹ ਪੰਜੇ ਅਵਸਥਾ ਵੀ ਉਹਦੇ ਕੋਲ ਹੋਣ, ਪਰ ਯਾਦ ਰੱਖੋ ਜੇ ਰੱਬ ਦੀ ਯਾਦ ਨਹੀਂ, ਮਿਰਤਕ ਹੈ। ਇਸ ਲਈ ਮਾਲਕ ਜੀ ਤੇਰੀ ਯਾਦ ਤੋਂ ਬਿਨਾਂ, ਤੇਰੀ ਬੰਦਗੀ ਤੋਂ ਬਿਨਾਂ, ਤੇਰੇ ਸਿਮਰਨ ਤੋਂ ਬਿਨਾਂ ਸਾਡੀ ਉਹ ਹਾਲਤ ਹੈ ਜਿਵੇਂ ਇੱਕ ਅਮਲ ਤੋਂ ਬਿਨਾਂ ਅਮਲੀ ਦਾ ਜਿਹੜਾ ਝੱਟ ਲੰਘਦਾ ਹੈ, ਤੇਰੀ ਯਾਦ ਤੋਂ ਬਿਨਾਂ ਉਹੀ ਅਵਸਥਾ ਸਾਡੀ ਬਣਦੀ ਹੈ ਜੀ। ਰਹਾਉ ਠਹਿਰਾਓ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ ਜੀ। ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨ ਸਕੈ ਅੰਤ ਮਾਤੀ। ਮਾਲਕ ਪਰਮਾਤਮਾ ਜੀ ਤੁਸੀਂ ਸਰਵਰ ਦੀ ਨਿਆਈ ਹੋ, ਤੇ ਸਰਵਰ ਵੀ ਕੋਈ ਆਮ ਨਹੀਂ। ਤੁਮ ਹਰ ਸਰਵਰ ਅਤ ਅਗਾਹ, ਬਹੁਤ ਡੂੰਘਾ ਸਾਗਰ ਹੋ। ਗਾਹਾ ਕਹਿੰਦੇ ਹੈ ਕਿਸੇ ਚੀਜ਼ ਨੂੰ ਪਕੜਨਾ। ਅਗਾਹ ਜਿਹੜੀ ਚੀਜ਼ ਨੂੰ ਪਕੜਿਆ ਨਾ ਜਾ ਸਕੇ, ਜਿਹਦੀ ਪਹੁੰਚ ਨਾ ਹੋ ਸਕੇ, ਤੁਸੀਂ ਉਹ ਸਾਗਰ ਹੋ। ਤੇ ਮਾਲਕ ਪਰਮਾਤਮਾ ਜੀ ਹਮ ਲਹਿ ਨਾ ਸਕਾ ਹੈ ਅੰਤ ਤੁਮਾਤੀ। ਅੰਤ ਤੁਮਾਤੀ ਤੋਂ ਪਾਠ ਇਕੱਠਾ ਕੀਤਾ ਹੈ, ਕੰਬੀਨੇਸ਼ਨ ਸ਼ਬਦ ਕੀਤੇ ਨੇ ਵੀ ਤੇਰਾ ਅੰਤ ਨਹੀਂ ਲੈ ਸਕਦੇ ਅਸੀਂ। ਤੇ ਵਿਦਵਾਨਾਂ ਨੇ ਅਰਥ ਕੀਤੇ ਨੇ ਅੰਤ ਮਾਤੀ। ਮਾਤੀ ਸ਼ਬਦ ਆਇਆ ਮਾਤਰਾ ਤੋਂ। ਮਾਤਰਾ ਕਹਿੰਦੇ ਆ ਜਿਵੇਂ ਕੰਨਾ ਹੈ, ਸਿਹਾਰੀ ਹੈ, ਔਂਕੜ ਹੈ, ਦਲਿੰਕੜ ਹੈ, ਇਹਨਾਂ ਨੂੰ ਆਪਾਂ ਮਾਤਰਾ ਕਹਿੰਦੇ ਆ। ਭਾਵ ਰੰਚਕ ਮਾਤਰ। ਵੇਖੋ ਇਸ ਸ਼ਬਦ ਦਾ ਜਿਹੜਾ ਸੰਦਰਭ ਹੈ ਨਾ, ਉਹ ਬੜਾ ਪਿਆਰਾ ਹੈ ਨਾ, ਕਦੇ ਅਸੀਂ ਸਮਝ ਲਈਏ। ਬੜੇ ਪਿਆਰ ਨਾਲ ਸੁਣਨਾ ਜੀ। ਮਾਲਕ ਦੀ ਬੰਦਗੀ ਕਰਨ ਵਾਲੇ ਬੰਦਗੀ ਉਹਦਾ ਅੰਤ ਪਾਉਣ ਨੂੰ ਨਹੀਂ ਕਰਦੇ, ਬੰਦਗੀ ਉਹਦੇ ਵਿੱਚ ਸਮਾਉਣ ਨੂੰ ਕਰਦੇ ਨੇ। ਸ਼ਬਦਾਂ ਨੂੰ ਫਿਰ ਸੁਣਿਓ। ਮਾਲਕ ਦੀ ਬੰਦਗੀ ਉਹਦਾ ਅੰਤ ਪਾਉਣ ਲਈ ਨਹੀਂ ਕੀਤੀ ਜਾਂਦੀ, ਬੰਦਗੀ ਕਰਨ ਵਾਲੇ ਉਹਦੇ ਵਿੱਚ ਸਮਾਉਣ ਲਈ ਉਹਦੀ ਬੰਦਗੀ ਕਰਦੇ ਨੇ। ਜੇ ਅੰਤ ਪਾਉਣ ਨੂੰ ਚੱਲੋਗੇ ਨਾ ਤੇ ਦੋ ਕੋ ਰਮਜਾਂ ਸੁਣਿਆ ਜੇ। ਆਪਾਂ ਇੱਥੋਂ ਬੇਨਤੀ ਆਰੰਭੀ ਸੀ, ਕਿਉਂਕਿ ਸ਼ਬਦ ਦਾ ਵਿਸ਼ਾ ਇਹ ਹੈ ਅਸਲ ਵਿੱਚ ਕਿ ਮਾਲਕ ਪਰਮਾਤਮਾ ਜੀ ਤੈਥੋਂ ਬਿਨਾਂ ਅਸੀਂ ਇੱਕ ਰੱਤੀ ਭਰ ਨਹੀਂ ਰਹਿ ਸਕਦੇ। ਅਵਸਥਾ ਇਹ ਬਣਦੀ ਜਿਵੇਂ ਅਮਲੀ ਦੀ ਅਮਲ ਬਿਨਾਂ ਬਣਦੀ ਹੈ, ਤੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੇਰੇ ਵਿੱਚ ਸਮਾਉਣ ਲਈ ਤੇਰੀ ਬੰਦਗੀ ਕਰਦੇ ਆ। ਤੇ ਜੇ ਕਈ ਵਾਰੀ ਨਾ ਅਸੀਂ ਇੱਕ ਬੇਨਤੀ ਸੁਣਿਆ ਜੇ, ਜਿਹੜਾ ਵਿਦਵਾਨ ਹੋਏਗਾ ਕੇਵਲ ਅੱਖਰਾਂ ਦਾ, ਜਾਂ ਜਿਹਨੇ ਕੇਵਲ ਮਾਦੇ ਦੀ ਖੋਜ ਕੀਤੀ ਪਦਾਰਥ ਦੀ, ਉਹਦਾ ਫਰਕ ਪਤਾ ਕੀ ਹੋਏਗਾ? ਉਹ ਪਦਾਰਥ ਦਾ ਵੀ ਅੰਤ ਪਾਉਂਦਾ, ਉਹ ਪਰਮਾਤਮਾ ਦਾ ਵੀ ਅੰਤ ਪਾਉਣਾ ਚਾਹੁੰਦਾ। ਪਰ ਪਰਮਾਤਮਾ ਦੀ ਦੁਨੀਆ 'ਚ ਵਿਚਰਨ ਵਾਲਾ ਭਗਤ ਉਹਦੇ ਵਿੱਚ ਸਮਾਉਣ ਲਈ ਬੰਦਗੀ ਕਰਦਾ ਹੈ। ਵਰਨਾ ਤਿੰਨ ਕੁ ਬੇਨਤੀਆਂ ਆਪ ਜੀ ਸੁਣਿਆ ਜੇ। ਪਰਮਾਤਮਾ ਦਾ ਅੰਤ ਕਿੱਥੋਂ ਪਾਵਾਂਗੇ ਜੀ? ਉਹਦੀਆਂ ਦਾਤਾਂ ਦਾ ਅੰਤ ਨਹੀਂ। ਸੋਹਿਲਾ ਸਾਹਿਬ 'ਚ ਰੋਜ਼ ਪੜ੍ਹਦੇ ਹੋ, ਤੇਰਾ ਦਾਨ ਹੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੁਮਾਰ ਸ਼ਬਦ ਹੈ ਫਰਸ਼ੀਅਨ ਦਾ, ਜਿਹਦਾ ਅਰਥ ਹੁੰਦਾ ਕਾਊਂਟਿੰਗ, ਗਿਣਤੀ ਕਰਨੀ। ਆਪਾਂ ਸ਼ਬਦ ਵਰਤਦੇ ਹਾਂ ਅਜੇ ਵੀ, ਮਰਦਮ ਸ਼ੁਮਾਰੀ, ਮਰਦਾਂ ਦੀ ਗਿਣਤੀ ਕਰਨੀ, ਭਾਵ ਮਨੁੱਖੀ ਸਰੀਰਾਂ ਦੀ ਗਿਣਤੀ ਕਰਨੀ। ਸ਼ੁਮਾਰ। ਮਾਲਕ ਜੀ ਤੇਰੀ ਕੀਮਤ ਕਿੱਥੋਂ ਪਾਈਏ? ਤੇਰੀਆਂ ਦਾਤਾਂ ਦਾ ਹੀ ਅੰਤ ਨਹੀਂ। ਤੇ ਫਿਰ ਬੇਨਤੀ ਕਰਨਾ ਤੁਹਾਡੇ ਚਰਨਾਂ 'ਚ, ਅਸੀਂ ਅੱਜ ਗੁਰੂ ਦਾ, ਰੱਬ ਦਾ, ਉਹਦੇ ਬਾਰੇ ਜਾਂ ਕੁਝ ਕਹਿਣਾ ਚਾਹੁੰਦੇ ਵੀ ਇਹ ਨਹੀਂ ਜੀ, ਇਹ ਨਹੀਂ ਜੀ, ਇਹ ਅੰਤ ਨਹੀਂ। ਦੋ ਤਿੰਨ ਬੇਨਤੀਆਂ ਸੁਣਿਓ। ਕਈ ਵਾਰ ਦਾਸ ਤੁਹਾਡੇ ਚਰਨਾਂ 'ਚ ਇਹ ਬੇਨਤੀ ਰੱਖਣੀ ਚਾਹੁੰਦਾ ਕਿ ਸੰਗਤ ਜੀ ਦੁਨੀਆ 'ਤੇ ਪਸ਼ੂ ਦੁੱਧ ਦਿੰਦੇ ਨੇ। ਕਈ ਕਹਿੰਦੇ ਨੇ ਵੇਖੋ ਜੀ ਰੱਬ ਨੇ ਨਿਯਮ ਬਣਾਤਾ ਜੀ, ਨਿਯਮ ਕਿਵੇਂ ਟੁੱਟਣਗੇ? ਤੁਸੀਂ ਜਿਹੜਾ ਮਰਜ਼ੀ ਸ਼ਬਦ ਵੇਖੇ ਹੋ, ਕੋਈ ਦੁਨੀਆ 'ਤੇ ਐਸਾ ਨਿਯਮ ਨਹੀਂ ਜਿਹੜਾ ਇੱਕੋ ਹੋਵੇ।
ਉਹਨੇ ਆਪੇ ਤੋੜਿਆ ਹੋਇਆ। ਕਿਉਂ ਤੋੜਿਆ ਭਲਾ? ਕਿਉਂਕਿ ਮਨੁੱਖ ਨੂੰ ਭਰੋਸਾ ਬਣ ਜਾਏ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਈਵਨ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਤੁਸੀਂ ਵੇਖੋਗੇ, ਵਿਦਵਾਨ ਸੱਜਣ ਇਸ ਗੱਲ ਨੂੰ ਸਮਝਿਓ, ਤੁਹਾਨੂੰ ਲੱਗੇਗਾ ਸ਼ਾਇਦ ਆਹ ਨਿਯਮ ਇੱਥੇ ਲਾਗੂ ਹੈ, ਦੂਜੇ ਪਲ ਜਾ ਕੇ ਹੈਰਾਨ ਹੋ ਜਾਓਗੇ ਵੀ ਨਹੀਂ ਇਹ ਨਿਯਮ ਤੇ ਹੈ ਹੀ ਨਹੀਂ। ਗੁਰੂ ਤੇ ਪ੍ਰਮਾਤਮਾ ਕਦੇ ਨਿਯਮਾਂ ਵਿੱਚ ਕਦੇ ਬੰਧਨਾਂ 'ਚ ਬੱਝੇ ਨਹੀਂ ਹੁੰਦੇ। ਜਿਹੜਾ ਬੰਧਨਾਂ 'ਚ ਬੱਝਿਆ ਹੋਵੇ ਪਾਰ ਬ੍ਰਹਮ ਪਰਮੇਸ਼ਰ ਕਿਵੇਂ ਹੋਵੇਗਾ? ਉਹ ਅਗੰਮ ਗੋਚਰ ਕਿਵੇਂ ਹੋਵੇਗਾ? ਅਗਾਹ ਕਿਵੇਂ ਹੋਵੇਗਾ? ਬੇਅੰਤ ਕਿਵੇਂ ਹੋਵੇਗਾ? ਇਸ ਲਈ ਫਿਰ ਸੁਣਿਓ, ਪਰਮਾਤਮਾ ਅਗਾਹ ਬੇਅੰਤ ਕਿਵੇਂ ਹੈ? ਸਾਰੀ ਦੁਨੀਆ ਤੇ ਪਸ਼ੂ ਦੁੱਧ ਦਿੰਦੇ ਨਾ ਜੀ, ਥਣਧਾਰੀ ਜੀਵ ਦੁੱਧ ਦਿੰਦੇ ਨਾ। ਤੁਸੀਂ ਸਰਚ ਕਰਕੇ ਵੇਖਿਓ ਗੂਗਲ 'ਤੇ, ਖੁਦ ਪੜ੍ਹਿਓ, ਅਥੈਂਟਿਕ ਲੌਜੀਕਲੀ ਪ੍ਰੂਫ ਦੇ ਨਾਲ, ਸਬੂਤਾਂ ਸਹਿਤ। ਅਫਰੀਕਾ ਵਿੱਚ ਯਾਦ ਰੱਖਿਆ ਜੇ ਦਰਖਤ 'ਚੋਂ ਦੁੱਧ ਨਿਕਲਦਾ, ਨਾ ਵੀ ਉਹਦਾ ਮਿਲਕ ਟਰੀ ਰੱਖਿਆ ਹੋਇਆ ਔਰ ਵਰਤਿਆ ਜਾਂਦਾ, ਇਹ ਨਹੀਂ ਕੇਵਲ ਵੇਖਣ ਲਈ। ਹੁਣ ਕੀ ਜਾਣੋਗੇ ਫਿਰ? ਇਸ ਲਈ ਉਹ ਮਾਲਕ ਪਰਮਾਤਮਾ ਜੀ ਬਲਿਹਾਰੀ, ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਨਹੀਂ ਕੋਈ ਜਾਣ ਸਕਦਾ ਜੀ। ਪਰਮਾਤਮਾ ਦੀ ਬੰਦਗੀ ਕਰਨ ਵਾਲੇ ਉਹਦੇ ਵਿੱਚ ਸਮਾਉਣ ਲਈ ਬੰਦਗੀ ਕਰਦੇ ਨੇ। ਇਸ ਲਈ ਮਾਲਕ ਜੀ ਅਸੀਂ ਤੇਰਾ ਮਾਤਰਾ ਭਾਵ ਵਿੱਚ ਵੀ ਅੰਤਮਾਤੀ, ਰੰਚਕ ਮਾਤਰ ਵੀ ਤੇਰਾ ਅੰਤ ਹੈ ਜਿਹੜਾ ਨਹੀਂ ਪਾ ਸਕਦੇ ਜੀ। ਤੂੰ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨੋ ਆਪਨ ਗਾਤੀ। ਮਾਲਕ ਜੀ ਜਿੰਨਾ ਤੈਨੂੰ ਕਹੀਏ ਤੂੰ ਹੋਰ ਪਰੇ ਤੋਂ ਪਰੇ ਹੈ। ਚਲੋ ਫਿਰ ਇੱਕ ਨੁਕਤਾ ਕਹਾਂ ਤੁਹਾਨੂੰ, ਜਿਨ੍ਹਾਂ ਨੇ ਵੇਖੋ ਤਾਂ ਬੇਨਤੀਆਂ ਧਰਮ ਦੀ ਦੁਨੀਆ ਵਿੱਚ ਨਹੀਂ ਜ਼ਰੂਰੀ, ਪਰ ਰੱਬ ਪਰਮਾਤਮਾ ਦੇ ਸੰਦਰਭ ਵਿੱਚ ਸਮਝਣ ਲਈ ਉਹ ਤੇ ਬੇਅੰਤ ਅਕਥ ਹੈ, ਉਹ ਤੇ ਸਾਧ ਸੰਗਤ ਜੀ ਅਦ੍ਰਿਸ਼ਟ ਹੈ, ਦਿਸਦਾ ਹੈ ਗੁਰੂ ਸ਼ਬਦ ਦੁਆਰਾ, ਬੰਦਗੀ ਦੁਆਰਾ, ਪਰ ਸਮਝਣ ਲਈ ਇਹ ਬਹਿਰੂਨੀ ਬੇਨਤੀਆਂ ਕਰਨੀਆਂ ਪੈਂਦੀਆਂ। ਅਜੇ ਤੱਕ ਤਾਂ ਜਿੰਨਾ ਕੁਝ ਬ੍ਰਹਿਮੰਡ ਵਿੱਚ ਹੈ ਉਹ ਬੰਦੇ ਦੀ ਪਕੜ 'ਚ ਨਹੀਂ। ਜਿੱਥੋਂ ਤੱਕ ਐਸਟ੍ਰੋਨਮੀ ਜਾਂਦੀ ਹੈ, ਖਗੋਲ ਵਿਗਿਆਨ ਜਾਂਦਾ ਹੈ, ਉਹ ਕਹਿੰਦਾ ਨਹੀਂ ਹੋਰ ਅੱਗੇ ਹੈ, ਹੋਰ ਅੱਗੇ ਹੈ। ਤੇ ਮਾਲਕ ਪਰਮਾਤਮਾ ਦੇ ਅੰਮ੍ਰਿਤ ਬਚਨ ਪਹਿਲਾਂ ਹੀ ਨੇ, ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣਾ ਕੋਈ। ਤੂੰ ਪਰੈ ਪਰੈ ਅਪਰੰਪਰ ਸੁਆਮੀ, ਤੂੰ ਪਰੇ ਤੋਂ ਪਰੇ ਅਪਰੰਪਰ ਪਾਰ ਬ੍ਰਹਮ ਹੈ। ਮਿਤ ਜਨ ਹੋ ਆਪਨ ਗਾਤੀ, ਆਪਣੀ ਗਤ ਮਿਤ ਕੀਮਤ ਨੂੰ ਆਪ ਹੀ ਜਾਣਦੇ ਹੋ ਜੀ। ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂ ਲੈ ਰਾਤੀ। ਬਸ ਉਹਨਾਂ ਨੂੰ ਭੇਦ ਆਉਂਦਾ ਜਿਹੜੇ ਹਰ ਕੇ ਸੰਤ ਉਹਦੇ ਪਿਆਰੇ ਹੋ ਜਾਂਦੇ ਨੇ, ਉਹ ਜਪਦੇ ਨੇ ਤੇ ਉਹ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰੂ ਪਰਮਾਤਮਾ ਦੇ ਗੂੜੇ ਰੰਗ ਵਿੱਚ ਅੰਦਰ ਤੋਂ ਰੰਗੇ ਜਾਂਦੇ ਹਨ ਜੀ। ਹਰ ਹਰ ਭਗਤ ਬਨੀਅਤ ਸੋਭਾ, ਹਰ ਜਪਿਓ ਊਤਮ ਪਾਤੀ। ਮਾਲਕ ਦੀ ਭਗਤੀ ਦੁਆਰਾ ਉਹਨਾਂ ਦੀ ਲੋਕ ਪਰਲੋਕ ਵਿੱਚ ਸੋਭਾ ਬਣਦੀ ਹੈ। ਅਸੀਂ ਚਾਹੁੰਦੇ ਹਾਂ ਦੁਨੀਆ ਤੇ ਸੋਭਾ ਵਡਿਆਈ, ਪਰ ਜਿਹਦੇ ਨਾਲ ਬਣਨੀ ਉਹ ਕਰਦੇ ਨਹੀਂ। ਯਾਦ ਰੱਖਿਓ, ਸੋਭਾ ਉਹਦੇ ਨਾਮ ਨਾਲ ਹੈ। ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ। ਇਹ ਮਾਇਆ ਕੀ ਸੋਭਾ, ਚਾਰ ਦਿਹਾੜ ਹੈ ਜਾਂਦੀ ਬਿਲਮਣਾ ਹੋਏ। ਅੱਜ ਧਨਵਾਨ ਹੈ, ਕੱਲ੍ਹ ਨੂੰ ਗਰੀਬ ਹੈ, ਕੋਈ ਨਹੀਂ ਪੁੱਛਦਾ। ਅੱਜ ਬਹੁਤ ਵੱਡਾ ਨੇਤਾ ਲੈਣਾ ਲੱਗਦੀਆਂ, ਕੱਲ੍ਹ ਨੂੰ ਨੇਤਾ ਨਹੀਂ ਰਿਹਾ। ਤੇ ਯਾਦ ਰੱਖਿਆ ਜੇ ਬੂਹਿਆਂ 'ਤੇ ਕਬੂਤਰ ਬੋਲਦੇ ਨੇ। ਪਰ ਸੰਤ ਰੱਬ ਦੇ ਪਿਆਰੇ, ਉਹਨਾਂ ਦੇ ਸਰੀਰ ਵਿੱਚ ਰਹਿੰਦਿਆਂ ਵੀ ਲੋਕਾਂ ਦੀਆਂ ਲੈਣਾ ਲੱਗਦੀਆਂ, ਉਹਨਾਂ ਦੇ ਜਾਣ ਤੋਂ ਬਾਅਦ ਵੀ ਲੈਣਾ ਲੱਗਦੀਆਂ ਨੇ। ਇਹ ਨਾਮ ਦੀ ਸ਼ੋਭਾ ਹੈ ਸੰਸਾਰ ਵਿੱਚ। ਤੇ ਜਿਹੜੇ ਜਪਦੇ ਨੇ ਉਹਨਾਂ ਦੀ ਲੋਕ ਪਰਲੋਕ ਵਿੱਚ ਊਤਮ ਪਾਤੀ ਵਡਿਆਈ ਹੁੰਦੀ ਹੈ ਜੀ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਭਾਤੀ। ਜਦੋਂ ਕੋਈ ਬੇਨਤੀ ਕਰਦਾ ਫਿਰ ਮਾਲਕ ਜੀ ਆਪੇ ਠਾਕੁਰ ਤੇ ਆਪੇ ਸੇਵਕ ਹੈ, ਆਪ ਬਣਾਵੈ ਭਾਤੀ। ਉਹ ਮਿਲਾਪ ਦੀ ਵਿਧੀ ਵੀ, ਜਪਣ ਦੀ ਵਿਧੀ ਵੀ, ਸਵੱਬ ਵੀ ਆਪ ਬਣਾਉਂਦਾ ਹੈ ਜੀ। ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਭਗਾਤੀ। ਮਾਲਕ ਪਰਮਾਤਮਾ ਜੀ ਤੇਰੀ ਸ਼ਰਨ ਆਏ ਹਾਂ ਤੇ ਹਰ ਰਾਖੋ ਲਾਜ ਭਗਾਤੀ। ਭਗਤਾਂ ਦੀ ਭਾਵ ਸ਼ਰਨ ਆਇਆਂ ਦੀ ਲਾਜ ਤੁਸੀਂ ਆਪ ਰੱਖੋ। ਤੇ ਜਿਹੜਾ ਸ਼ਰਨ ਆਉਂਦਾ ਹੈ ਮਾਲਕ ਜੀ ਕਿਰਪਾ ਕਰਕੇ ਉਹਦੀ ਲਾਜ ਵੀ ਰੱਖਦੇ ਨੇ। ਇੱਥੋਂ ਤੱਕ ਪਾਵਨ ਸ਼੍ਰੀ ਮੁੱਖ ਵਾਕ ਜੀ ਦੀ ਮੁਕੱਦਸ ਪਾਵਨ ਵਿਚਾਰ ਨਾਲ ਜੁੜੇ ਹਾਂ। ਅੱਗੇ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਰਾਮਕਲੀ ਰਾਗ ਅੰਦਰ ਪਾਵਨ ਬਾਣੀ ਆਨੰਦ ਸਾਹਿਬ ਜੀਆਂ ਦੀ ਵਿਚਾਰ ਜੋ ਚੱਲ ਰਹੀ ਹੈ,
ਆਓ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨਾਲ ਜੁੜੀਏ। 17ਵੀਂ ਪੌੜੀ ਦੀ ਵਿਚਾਰ ਨਾਲ ਆਪਾਂ ਨੇ ਜੁੜਨਾ ਹੈ ਜੀ। ਪਵਿੱਤ ਹੋਏ ਸੇ ਜਨਾ ਜਿਨੀ ਹਾਰ ਤੇ ਆਇਆ। ਹੁਣ ਸੰਗਤ ਜੀ ਬੜੇ ਪਿਆਰ ਨਾਲ ਸੁਣਿਓ। ਮਨੋਵਿਗਿਆਨ ਅੱਜ ਅਜੋਕੇ ਸਮੇਂ 'ਚ, ਪਰ ਗੁਰੂ ਗ੍ਰੰਥ ਸਾਹਿਬ ਨੇ ਤੇ ਪਹਿਲਾਂ ਸਭ ਕੁਝ ਸਾਡੇ ਸਾਹਮਣੇ ਰੱਖਿਆ। ਜਿੱਦਾਂ ਦੇ ਨੂੰ ਜਪੋਗੇ ਉੱਦਾਂ ਦੇ ਹੋ ਜਾਓਗੇ। ਜੈਸੋ ਸੇਵਾ ਤੈਸੋ ਹੋਏ। ਇਸ ਲਈ ਮਾਲਕ ਪਵਿੱਤਰ ਹੈ, ਕੇਵਲ ਮਾਲਕ ਸੁੱਚਾ ਹੈ, ਉਹ ਨਿਰਮਲ ਹੈ, ਪਾਕ ਹੈ। ਤੇ ਜਿਹੜੇ ਉਹਨੂੰ ਜਪਦੇ ਨੇ ਪਵਿੱਤ ਹੋਏ ਸੇ ਜਣਾ, ਉਹ ਪਵਿੱਤਰ ਹੋ ਗਏ। ਕੌਣ? ਜਿਨੀ ਹਰਿ ਧਿਆਇਆ, ਜਿਨ੍ਹਾਂ ਨੇ ਉਸ ਪਵਿੱਤਰ ਮਾਲਕ ਨੂੰ ਜਪਿਆ ਹੈ ਜੀ। ਹਰਿ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਸਮਾਂ ਨਹੀਂ ਬੇਨਤੀ ਨੂੰ ਬੜੇ ਪਿਆਰ ਨਾਲ ਨੁਕਤੇ ਵਿੱਚ ਹੀ ਸਮਝਣ ਦਾ ਯਤਨ ਕਰਿਓ ਜੀ। ਜਪਦੇ ਸਾਰੇ ਆ, ਫਿਰ ਸਾਰੇ ਪਵਿੱਤਰ ਕਿਉਂ ਨਹੀਂ ਹੋ ਗਏ? ਜਪਦਿਆਂ ਧਿਆਨ 'ਚ ਜਾਣਾ ਬਸ, ਤੇ ਫਿਰ ਕੀ ਹੁੰਦਾ? ਗਿਆਨ ਭਇਆ ਤੋਂ ਕਰਮੈ ਨਾਸ। ਕਰਮ ਨਾਸ਼ ਹੋ ਜਾਂਦੇ ਨੇ। ਗੱਡੀ ਸਿੱਖਦੇ ਆ, ਉਹ ਗਿਆਨ ਹੈ ਕਾਰਨ। ਗੱਡੀ ਸਿੱਖਣ ਵਾਸਤੇ ਕਰਮ ਅਭਿਆਸ ਹੈ। ਬੜਾ ਡਰ ਲੱਗਦਾ ਹੈ ਜਦੋਂ ਸਿੱਖ ਜਾਂਦੇ ਆ। ਸਿੱਖ ਗਏ ਤੇ ਧਿਆਨ 'ਚ ਆ ਗਏ ਨਾ। ਜਦੋਂ ਧਿਆਨ 'ਚ ਆ ਗਏ ਫਿਰ ਡਰ ਲੱਗਦਾ। ਫਿਰ ਬੰਦਾ ਫੋਨ ਵੀ ਸੁਣਦਾ, ਗੱਲਾਂ ਵੀ ਕਰਦਾ ਹੈ, ਸਾਰਾ ਕੁਝ ਧਿਆਨ 'ਚ ਆ ਗਿਆ ਨਾ। ਜਦੋਂ ਕੋਈ ਜਪਦਾ ਬਿਨ ਜੇਬਾ ਜੋ ਜਪੈ ਹਿਆਏ ਕੋਈ ਜਾਣਾ ਕੈਸਾ ਨਾ ਹੋ। ਪੜ੍ਹਨਾ ਹੋਰ ਹੈ, ਜਪਣਾ ਹੋਰ ਹੈ, ਧਿਆਉਣਾ ਹੋਰ ਹੈ। ਜਿਨ੍ਹਾਂ ਨੇ ਧਿਆਇਆ ਫਿਰ ਹਰ ਧਿਆਇਆ ਪਵਿੱਤ ਹੋਏ। ਪਰ ਕਿਹਨਾਂ ਨੇ? ਗੁਰਮੁਖ ਜਿਨੀ ਧਿਆਇਆ, ਜਿਨ੍ਹਾਂ ਨੇ ਗੁਰੂ ਨੂੰ ਆਸ਼ੇ ਨੂੰ ਮੁੱਖ ਰੱਖ ਕੇ ਗੁਰੂ ਦੇ ਸ਼ਬਦ ਦੁਆਰਾ ਧਿਆਇਆ ਹੈ ਜੀ, ਉਹ ਪਵਿੱਤਰ ਹੋਏ ਹਨ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਉਹਨਾਂ ਦਾ ਇਲੈਕਟ੍ਰੋਨਿਕ ਮੈਗਨੇਟ ਫੀਲਡ, ਬਿਜਲੀ ਚੁੰਬਕੀ ਖੇਤਰ, ਉਹਨਾਂ ਦੀ ਪੰਜਾਬੀ 'ਚ ਕਹੋ ਹਵਾ, ਉਹਨਾਂ ਦੇ ਰੋਮਾਂ 'ਚੋਂ ਇੱਦਾਂ ਦੀ ਵਾਈਬ੍ਰੇਸ਼ਨ ਹੁੰਦੀ ਹੈ। ਉਹਨਾਂ ਕੋਲ ਜਿਹੜੇ ਬਹਿੰਦੇ ਨੇ ਉਹਨਾਂ ਨੂੰ ਵੀ ਪਵਿੱਤਰ ਕਰ ਦਿੰਦੇ ਨੇ। ਤੇ ਹੁਣ ਜਿੱਥੇ ਬਹਿਣਗੇ ਉਹ ਥਾਂ ਪਵਿੱਤਰ ਹੋਏਗਾ, ਫਿਜ਼ਾ ਪਵਿੱਤਰ ਹੋਏਗੀ, ਉਹ ਧਰਤੀ ਪਵਿੱਤਰ ਹੋਏਗੀ, ਉਹ ਮਿੱਟੀ ਪਵਿੱਤਰ ਹੋਏਗੀ। ਕਿਉਂ? ਤਾਂ ਹੀ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ, ਦਾਨ ਮਹਿੰਡਾ ਤਲੀ ਖਾ ਕੇ ਜੇ ਮਿਲੈ ਤਾਂ ਮਸਤਕ ਲਾਈਓ। ਪਵਿੱਤਰ ਹੈ ਜਿੱਥੇ ਬੈਠ ਗਏ। ਇਸ ਲਈ ਸਾਹਿਬ ਕਹਿੰਦੇ ਉਹ ਮਾਲਕ ਪਰਮਾਤਮਾ ਦੇ ਨਾਮ ਨਾਲ ਜੁੜੇ। ਉਹਨਾਂ ਦਾ ਮਾਤਾ ਪਿਤਾ ਪਰਿਵਾਰ ਕੁਟੰਬ ਸਭ ਕੁਝ ਸੰਗਤ ਪਵਿੱਤਰ ਹੁੰਦੀ ਹੈ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਹੁਣ ਇਹਨਾਂ ਦੇ ਦੋਏ ਅਰਥ ਨੇ। ਰੱਬੀ ਨਾਮ ਕਹਿਣ ਸੁਣਨ ਮਨ 'ਚ ਵਸਾਉਣ ਵਾਲੇ ਪਵਿੱਤਰ ਹੋ ਗਏ। ਪਰ ਪ੍ਰਕਰਨ ਪਿੱਛੋਂ ਚੱਲਿਆ ਜਿਹੜੇ ਪਵਿੱਤਰ ਹੋ ਗਏ, ਫਿਰ ਜੋ ਉਹਨਾਂ ਨੇ ਕਿਹਾ ਤੇ ਜਿਨ੍ਹਾਂ ਨੇ ਸੁਣਿਆ ਤੇ ਜਿਨ੍ਹਾਂ ਨੇ ਉਹਨਾਂ ਤੋਂ ਸੁਣ ਕੇ ਮਨ 'ਚ ਵਸਾ ਲਿਆ, ਉਹ ਸਾਰੇ ਪਵਿੱਤਰ ਹੋ ਗਏ ਜੀ। ਕਹੈ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਸਾਹਿਬ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਦੇ ਰੂਪ ਤੀਸਰੇ ਰੂਪ ਅੰਦਰ, ਕਿ ਉਹ ਜਿਨ੍ਹਾਂ ਨੇ ਵੀ ਸੁਣਿਆ ਮਾਲਕ ਪਰਮਾਤਮਾ ਦਾ ਨਾਮ ਤੇ ਧਿਆਨ ਵਿੱਚ ਆ ਗਿਆ, ਮਾਲਕ ਨੇ ਬਖਸ਼ਿਸ਼ ਕਰ ਦਿੱਤੀ, ਉਹ ਸਾਰੇ ਪਵਿੱਤਰ ਹੋ ਗਏ ਜੀ। ਕਰਮੀ ਸਹਿਜ ਨ ਉਪਜੈ, ਵਿਣ ਸਹਿਜੈ ਸਹਸਾ ਨ ਜਾਏ। ਇਹ ਜ਼ਿੰਦਗੀ 'ਚ ਚੇਤੇ ਰੱਖਿਓ ਜੀ, ਸਹਿਸਾ ਹੈ ਭਰਮ ਤੇ ਸਹਿਜ ਹੈ ਮੂਲ ਸੁਭਾਅ। ਮਾਲਕ ਦੇ ਨਾਮ ਦੀ ਬੰਦਗੀ ਬਿਨਾਂ ਕਦੇ ਸਹਿਜ ਨਹੀਂ ਆਉਂਦਾ, ਸਹਿਜ ਤੋਂ ਬਿਨਾਂ ਕਦੇ ਡਰ ਨਹੀਂ ਖਤਮ ਹੁੰਦਾ। ਕਰਮੀ ਬਾਹਰ ਦੇ ਕਰਮਾਂ ਨਾਲ ਕੇਵਲ ਸਹਿਜ ਨਹੀਂ ਮਿਲਦਾ, ਸਹਿਜ ਮਿਲਦਾ ਰੱਬ ਦੀ ਬੰਦਗੀ ਦੁਆਰਾ। ਤੇ ਬੰਦਗੀ ਤੋਂ ਬਿਨਾਂ ਕਦੇ ਵੀ ਭਰਮ ਸਹਿਸਾ ਨਹੀਂ ਜਾਂਦਾ ਜੀ। ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ, ਕਹਿੰਦੇ ਸਹਿਸਾ ਬੜੇ ਲੋਕਾਂ ਨੇ ਯਤਨ ਕੀਤਾ, ਬਲਵਾਨ ਹੋ ਗਏ, ਤਕੜੇ ਹੋ ਗਏ, ਪਰ ਇਹ ਸਹਿਸਾ ਕਦੇ ਖਤਮ ਨਹੀਂ ਹੁੰਦਾ। ਰਹੇ ਕਰਮ ਕਮਾਏ, ਕਿਤੇ ਸੰਜਮ ਨਾਲ ਵੀ। ਫਿਰ ਯਾਦ ਰੱਖਿਓ, ਨਹਿ ਜਾਏ ਸਹਿਸਾ ਕਿਤੈ ਸੰਜਮ, ਕਿਸੇ ਤਰੀਕੇ ਨਾਲ, ਕਿਸੇ ਸੰਜੋਗ ਨਾਲ, ਕਿਸੇ ਯੋਗ ਨਾਲ ਇਹ ਖਤਮ ਨਹੀਂ ਹੋਇਆ। ਰਹੇ ਕਰਮ ਕਮਾਏ, ਬਾਹਰ ਦੇ ਕਰਮਾਂ ਨਾਲ ਅੰਦਰ ਦਾ ਤੌਖਲਾ, ਅੰਦਰ ਦਾ ਡਰ ਸਹਿਸਾ ਕਦੇ ਖਤਮ ਨਹੀਂ ਹੋਇਆ ਜੀ। ਸਹਸਾ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਇੰਨੇ ਪਿਆਰੇ ਬਚਨ ਨੇ। ਸਭ ਤੋਂ ਅੰਤਸ਼ ਕਰਨ ਸਾਡਾ ਤੌਖਲੇ ਕਰਕੇ ਮਲੀਨ ਹੈ, ਭਰਮ ਰਹਿੰਦਾ ਹੈ।
ਰੱਬ ਕੁਝ ਹੋਰ ਮੈਂ ਕੁਝ ਹੋਰ ਆ। ਇਹਨੂੰ ਅਵਿਦਿਆ ਦੋਸ਼ ਕਹਿੰਦੇ ਨੇ 9 ਦੋਸ਼ਾਂ 'ਚੋਂ। ਮੈਂ ਕੁਝ ਹੋਰ ਹਾਂ, ਰੱਬ ਕੁਝ ਹੋਰ ਹੈ, ਮੈਂ ਕੁਝ ਹੋਰ ਹਾਂ, ਦੁਨੀਆ ਕੁਝ ਹੋਰ ਹੈ। ਨਹੀਂ ਸਾਹਿਬ ਕਹਿੰਦੇ ਇਹ ਜਿਹੜਾ ਤੌਖਲਾ ਹੈ ਨਾ, ਇਹ ਜਿਹੜਾ ਸੈਸਾ, ਇਹਦੇ ਕਰਕੇ ਜੀਓ ਮਲੀਨ ਹੈ। ਤੇ ਹੁਣ ਨਾਲ ਸਵਾਲ ਕੀਤਾ, ਜਗਿਆਸਾ ਸਾਡੇ ਸਾਹਮਣੇ ਰੱਖੀ, ਕਿਤ ਸੰਜਮ ਧੋਤਾ ਜਾਏ। ਇਹ ਕਿਹੜੇ ਤਰੀਕੇ ਨਾਲ ਅੰਦਰੋਂ ਨਿਕਲੇ ਕਿ ਮਨ ਤੇ ਅੰਤਸ਼ਕਰਨ ਸਾਫ਼ ਹੋ ਜਾਏ ਜੀ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਫਿਰ ਬੇਨਤੀ ਹੈ, ਵਾਰ-ਵਾਰ ਹਰ ਵਾਰ ਕਰਨਾ। ਤਨ ਲਈ ਅਸੀਂ ਬਹੁਤ ਯਤਨ ਕਰਦੇ, ਨੌਜਵਾਨ ਵੀਰ ਸੁਣਿਓ, ਬੜੀਆਂ ਜਿੰਮਾਂ ਲੱਗਦੀਆਂ, ਬੜਾ ਕੁਝ ਕੀਤਾ ਜਾਂਦਾ, ਕਰੋ। ਸਰੀਰਕ ਕਸਰਤ ਗੁਰਮਤਿ ਨੇ ਰੋਕੀ ਨਹੀਂ, ਮਾੜੀ ਨਹੀਂ, ਪਰ ਸਰੀਰਕ ਬਲ ਦੇ ਬਲਬੂਤੇ ਕਦੇ ਦੁਨੀਆ ਨਹੀਂ ਜਿੱਤੀ ਗਈ। ਦੁਨੀਆ ਦੇ ਜੰਗ ਯੁੱਧ ਸਿੱਖਾਂ ਨੇ ਗੁਰੂ ਦੀ ਬਖਸ਼ਿਸ਼ ਤੇ ਉਹਦੀ ਰਹਿਮਤ ਨਾਲ ਮਨ ਦੀ ਤਕੜਾਈ ਕਰਕੇ ਜਿੱਤੇ ਨੇ। ਨਹੀਂ ਤੇ ਯਾਦ ਰੱਖਿਓ, 5 ਫੁੱਟ ਦਾ 45 ਕਿਲੋ ਦਾ ਬਾਬਾ ਬਚਿੱਤਰ ਸਿੰਘ ਹਾਥੀ ਦੇ ਮੱਥੇ 'ਚ ਨਾਗਣੀ ਕਿਵੇਂ ਮਾਰਦਾ, ਤਣ ਦਾ ਬਲ ਥੋੜ੍ਹੀ ਹੈ। ਇਹ ਅੰਦਰ ਦੀ ਖੇਡ, ਉਹਦੀ ਬਖਸ਼ਿਸ਼ ਦੀ ਖੇਡ। ਇਸ ਲਈ ਮਾਲਕ ਨੇ ਇੱਥੇ ਕਿਰਪਾ ਕੀਤੀ, ਸ਼ਬਦ ਲਾਗੋ। ਕਿੱਦਾਂ ਧੋਤਾ ਜਾਏਗਾ? ਮਨ ਧੋਵੋ, ਸ਼ਬਦ ਲਾਗੋ। ਗੁਰੂ ਦੇ ਸ਼ਬਦ ਨਾਲ ਜੁੜ ਕੇ ਇਹਨੂੰ ਧੋਵੋ। ਹਰਿ ਸਿਉ ਰਹੋ ਚਿੱਤ ਲਾਏ। ਇਹਦਾ ਮਤਲਬ ਮਨ ਤੇ ਜਿਹੜਾ ਚਿੱਤ ਹੈ ਉਹਦਾ ਭਾਗ ਹੈ, ਮਨ ਦਾ ਭਾਗ ਹੈ ਚਿੱਤ। ਭਾਵ ਹਮੇਸ਼ਾ ਚਿੰਤਨ ਵਿੱਚ ਗੁਰੂ ਦਾ ਸ਼ਬਦ ਰਵੇ ਤਾਂ ਕਿ ਮਨ ਧੋਤਾ ਜਾਏ ਜੀ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹੋ ਸਹਸਾ ਇਵ ਜਾਏ। ਹੁਣ ਅੰਤਲੀਆਂ ਪੰਕਤੀਆਂ ਨੇ ਵਿਚਾਰ ਦੀਆਂ ਵੀ ਜਿਹੜਾ ਇਹ ਸਹਿਸਾ ਹੈ ਫਿਰ ਕੀ ਆਪਣੀ ਮਰਜ਼ੀ ਨਾਲ ਚਲਾ ਜਾਂਦਾ ਹੈ? ਸ਼ਬਦ ਅਭਿਆਸ ਕਰਦਿਆਂ ਵੀ, ਸਿਮਰਨ ਕਰਦਿਆਂ ਵੀ ਫਿਰ ਬੇਨਤੀ ਹੈ, ਤਨ ਲਈ ਬਹੁਤ ਕੁਝ ਕਰਦੇ ਹੋ। ਜਿੰਨਾ ਕੁਝ ਤਨ ਲਈ ਕਰਦੇ ਹੋ, ਮੈਂ ਕਹਿੰਦਾ ਬੰਦਾ ਸਾਰਾ ਦਿਨ ਸੋਚਦਾ ਅੱਜ ਮੈਂ ਆਹ ਨਹੀਂ ਖਾਣਾ, ਅੱਜ ਮੈਂ ਆਹ ਨਹੀਂ ਖਾਣਾ, ਪੈਣ ਲੱਗਿਆਂ ਹੀ ਸੋਚ ਕੇ ਪੈਂਦਾ ਹੈ ਸੁਬਾਹ ਉੱਠ ਕੇ ਮੈਂ ਇੰਨੇ ਵਜੇ ਪਾਣੀ ਪੀਣਾ, ਰੋਟੀ ਤੋਂ ਨਾਲ ਪਾਣੀ ਨਹੀਂ ਪੀਣਾ, ਮਗਰੋਂ ਨਹੀਂ ਪੀਣਾ, ਇਹ ਨਹੀਂ ਕਰਨਾ। ਪੂਰਾ ਹੀ ਦਿਨ 24 ਘੰਟਿਆਂ 'ਚੋਂ 18-17 ਘੰਟੇ ਸੋਚਦਿਆਂ ਲੰਘ ਜਾਂਦੇ। ਤੇ ਸੱਚਾਈ ਇਹਨੂੰ ਕਬੂਲਿਓ, ਕਦੇ 10 ਮਿੰਟ ਵੀ ਆਪਣੇ ਮਨ ਲਈ ਸੋਚਿਆ ਕਿ ਅੱਜ ਮੈਂ ਮਨ ਨਾਲ ਇਹ ਨਹੀਂ ਕਰਨਾ, ਅੱਜ ਮੈਂ ਮਨ ਲਈ ਕੁਝ ਕਰਨਾ, ਮੈਂ ਕੁਝ ਆਪਣੇ ਲਈ ਕਰਨਾ? ਕਦੇ ਵੀ ਨਹੀਂ। ਤੇ ਜਦੋਂ ਅਸੀਂ ਗੁਰੂ ਸ਼ਬਦ ਨਾਲ ਜੁੜਾਂਗੇ, ਮਨ ਕਰਕੇ ਅਭਿਆਸੀ ਹੋਵਾਂਗੇ, ਸਤਿਗੁਰੂ ਜੀ ਕਿਰਪਾ ਕਰਨਗੇ ਤੇ ਸ਼ਬਦ ਨਾਲ ਜੁੜੇਗਾ ਮਨ ਤੇ ਚਿੱਤ ਵਿੱਚ, ਚਿੰਤਨ ਵਿੱਚ ਪ੍ਰਭੂ ਦਾ ਸਿਮਰਨ ਆ ਜਾਏਗਾ। ਫਿਰ ਕੀ ਹੁੰਦਾ? ਕਹਿ ਨਾਨਕ ਗੁਰ ਪ੍ਰਸਾਦੀ, ਫਿਰ ਗੁਰੂ ਕਿਰਪਾ ਵਰਤਦੀ ਹੈ। ਤੇ ਗੁਰੂ ਦੀ ਕਿਰਪਾ ਨਾਲ ਕੀ ਹੁੰਦਾ? ਸਹਿਜ ਉਪਜੈ। ਫਿਰ ਯਾਦ ਰੱਖਿਆ ਜੇ, ਫਿਰ ਪਹਿਲਾਂ ਮਨ ਸਹਿਜ ਵਿੱਚ ਆਉਂਦਾ ਹੈ। ਮੁੱਢਲਾ ਸੁਭਾਅ ਇਹਨੂੰ ਸਹਿਜ ਕਹਿੰਦੇ, ਸੌਖੇ ਅਰਥ ਨੇ। ਸਹਿਜ ਦਾ ਅਰਥ ਹੌਲੀ ਨਹੀਂ ਹੁੰਦਾ, ਕੇਵਲ ਹੌਲੀ। ਉਹਦਾ ਬੋਲਣਾ, ਉਹਦਾ ਚੱਲਣਾ, ਉਹਦਾ ਫਿਰਨਾ ਇੱਕ ਰਿਦਮ ਵਿੱਚ ਹੁੰਦਾ, ਇੱਕ ਸਿਸਟਮ ਵਿੱਚ ਹੁੰਦਾ ਹੈ। ਮੂਲ ਸੁਭਾਅ ਉਪਜ ਜਾਂਦਾ ਹੈ। ਮੂਲ ਸੁਭਾਅ ਕੀ ਹੈ? ਪਰਮਾਤਮਾ ਵਾਲੇ ਗੁਣ, ਨਿਰਵੈਰਤਾ, ਨਿਰਭੈਤਾ, ਦਇਆ, ਸਹਿਣਸ਼ੀਲਤਾ, ਪ੍ਰੇਮ, ਪਰਸਪਰ ਦ੍ਰਿਸ਼ਟੀ, ਬ੍ਰਹਮ ਦ੍ਰਿਸ਼ਟੀ, ਉਹਦੇ ਮੂਲ ਗੁਣ ਨੇ ਮਾਲਕ ਦੇ। ਇਸੇ ਨੂੰ ਕਿਹਾ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ, ਪਛਾਣੋ ਸਹਿਜ ਸੁਭਾਅ, ਮੂਲ ਸੁਭਾਅ ਹੈ। ਇਹ ਗੁਰੂ ਦੀ ਕਿਰਪਾ ਨਾਲ ਉਪਜਦਾ ਹੈ ਜੀ। ਤੇ ਜਦੋਂ ਅਸੀਂ ਮਨ 'ਤੇ ਕੰਮ ਕਰਾਂਗੇ ਨਾ, ਗੁਰੂ ਸ਼ਬਦ ਨਾਲ ਜੁੜਾਂਗੇ, ਤੇ ਫਿਰ ਕੀ ਹੋਏਗਾ? ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਸੁਣਿਆ ਜੀ ਬੇਨਤੀ ਨੂੰ, ਸਤਿਗੁਰੂ ਦੇ ਅੰਮ੍ਰਿਤ ਬਚਨ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਗੁਰ ਪ੍ਰਸਾਦੀ ਸਹਿਜ ਉਪਜੈ। ਜਦੋਂ ਮਨ ਨੂੰ ਖੋਜੋਗੇ, ਜਿੰਨੇ ਦੁਨੀਆ ਦੇ ਦੁੱਖ ਨੇ, ਇਹ ਤੁਹਾਡੇ ਮੇਰੇ ਸ਼ਬਦ ਨੇ, ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਸਾਰੇ ਤੁਹਾਡੇ ਸਾਹਮਣੇ ਹਰ ਜਾਣਗੇ। ਦੁਨੀਆ ਤੇ ਸੰਸਾਰ ਤੇ ਹੁੰਦਾ ਹੀ ਹੈ। ਅਕਸਰ ਸੰਸਾਰ ਤੇ 90-80% ਲੋਕ ਦੁਖੀ ਕਰਨ ਦਾ ਯਤਨ ਕਰਦੇ ਨੇ, ਪਰ ਯਾਦ ਰੱਖੋ ਸੰਸਾਰੀ ਖੇਡ ਹੀ ਐਸੀ ਹੈ। ਪਰ ਮਾਲਕ ਜੀ ਕਹਿੰਦੇ ਜਦੋਂ ਖੇਡ ਵਰਤਦੀ ਹੈ, ਮਨ ਨੂੰ ਕੋਈ ਖੋਜਦਾ, ਸੋ ਮਨ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਵੈ ਨਦ ਪਾਈ। ਬੰਦੇ ਖੋਜ ਦਿਲ ਹਰ ਰੋਜ਼, ਤੇ ਮਿਲੇਗਾ ਕੀ ਜੀ? ਨਾ ਫਿਰ ਪਰੇਸ਼ਾਨੀ। ਕਿੰਨੀ ਸਟਰੈਸ ਅੱਜ, ਕਿੰਨੀ ਡਿਪਰੈਸ਼ਨ ਹੈ। ਤੇ ਮੰਨੋ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਖਤਮ ਹੋ ਜਾਏਗੀ। ਧੁਰ ਕੀ ਬਾਣੀ ਆਈ ਤੈਨੂੰ ਸਗਲੀ, ਚਿੰਤ ਮਿਟਾਈ ਗੁਰ ਪ੍ਰਸਾਦੀ ਸਹਿਜ ਉਪਜੈ। ਤੇ ਫਿਰ ਕੀ ਹੁੰਦਾ ਹੈ ਜੀ? ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਹੋ ਸਹਿਸਾ ਇਹ ਵਜਾਏ। ਇਹ ਤੌਖਲਾ ਇੱਦਾਂ ਖਤਮ ਹੁੰਦਾ ਹੈ, ਇੱਦਾਂ ਇਹ ਸਹਿਸਾ ਖਤਮ ਹੁੰਦਾ ਹੈ। 2 ਪੌੜੀਆਂ ਦੇ ਸ਼ਬਦੀ ਅਰਥ ਗੁਰੂ ਕਿਰਪਾ ਸਦਕਾ ਸਤਿਗੁਰੂ ਨੇ ਸੇਵਾ ਲਈ ਪਾਵਨ ਸ਼੍ਰੀ ਮੁੱਖ ਵਾਕ ਜੀ ਦੀ ਵਿਚਾਰ ਨਾਲ ਜੁੜੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਆਪ ਸਮੂਹ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ। ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਜਨਾਂ ਦਾ ਧੰਨਵਾਦ। ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।
ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਤਿਗੁਰੂ ਮੇਰ ਅੰਮ੍ਰਿਤ ਕਰਨ ਹੋਈਆਂ ਬੇਅੰਤ ਭੁੱਲਾਂ ਦਾਸ ਦੀਆਂ ਸਮਝ ਕੇ ਛੱਡ ਦੇਣੀਆਂ। ਆਰੰਭ ਵਿੱਚ ਵੀ ਬੇਨਤੀ ਕੀਤੀ ਸੀ, ਕੋਈ ਗੁਰੂ ਬਾਰੇ ਪੂਰਾ ਨਹੀਂ ਕਹਿ ਸਕਦਾ। ਯਤਨ ਕਰੀਏ ਗੁਰੂ ਦੀ ਭੈ ਭਾਵਨੀ ਵਿੱਚ ਸਤਿਗੁਰੂ ਰੱਖ ਕੇ ਆਪ ਬੁਲਾਉਣ। ਬਚਨ ਗੁਰੂ ਕੇ ਜਾਣ ਕੇ ਹਿਰਦਿਆਂ ਤੇ ਵਸਾਇਓ। ਭੁੱਲਾਂ ਦਾਸ ਦੀਆਂ ਜਾਣ ਕੇ ਖਿਮਾ ਕਰ ਦੇਣੀ ਆ। ਅਸੀਸ ਬਖਸ਼ਣੀ ਅਰਦਾਸ ਜ਼ਰੂਰ ਕਰਿਓ ਸਤਿਗੁਰੂ ਕਹਿਣੀ ਕਰਨੀ ਦਾ ਸੁਮੇਲ ਬਖਸ਼ ਕੇ ਚਰਨਾਂ ਨਾਲ ਜੋੜ ਕੇ ਸੇਵਾ ਲੈਂਦੇ ਰਹਿਣ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਅੰਤਲੀਆਂ ਪੰਕਤੀਆਂ ਪੜ੍ਹ ਸਮਾਪਤੀ ਹੈ ਜੀ। ਮਨ ਧੋਵਹੁ ਸ਼ਬਦ ਲਾਗੋ ਲਾਗੋ ਹਰਿ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਇਹੋ ਸਹਸਾ ਏਵ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।